ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਪਾਵਨ ਸ਼ਲੋਕ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਵਾਰਾਂ ਤੇ ਵਧੀਕ। ਸ਼ਲੋਕ ਮਹੱਲਾ ਤੀਜਾ। ਹੋਵਾ ਪੰਡਤ ਜੋਤ ਕੀ, ਵੇਦ ਪੜ੍ਹਾ ਮੁਖ ਚਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼ਲੋਕ ਵਾਰਾਂ ਤੇ ਵਧੀਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜੋ ਵਾਰਾਂ ਪੌੜੀ ਦੇ ਰੂਪ ਵਿੱਚ ਦਰਜ ਕੀਤੀਆਂ ਔਰ ਉਹਦੇ ਨਾਲ ਨਾਲ ਸ਼ਲੋਕ ਵੀ ਦਰਜ ਕੀਤੇ ਗਏ, ਔਰ ਜਿਹੜੇ ਸ਼ਲੋਕਾਂ ਵਿੱਚ ਵਾਧਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਦਰਜ ਕੀਤੇ। ਅੱਜ ਦਾ ਜੋ ਅੰਮ੍ਰਿਤਮਈ ਬਾਣੀ ਦਾ ਪਾਠ, ਜੋ ਪਾਵਨ ਸ਼ਲੋਕ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤੇ ਹੋਏ ਜੋ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1413 ਦੇ ਉੱਪਰ ਸੁਭਾਏਮਾਨ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੰਸਾਰਿਕ ਹਾਲਾਤ ਵੇਖ ਕੇ, ਖਾਸ ਤੌਰ ਤੇ ਜਿਹੜੇ ਧਰਮ ਦਾ ਪਹਿਰਾਵਾ ਪਾ ਕੇ ਧਰਮੀ ਲੋਕ ਜੋ ਕਰਮ ਕਰਕੇ ਸੰਸਾਰ ਨੂੰ ਭਰਮ ਦੇ ਵਿੱਚ ਪਾ ਰਹੇ ਨੇ, ਨਾ ਆਪ ਨਿਰੰਕਾਰ ਦੇ ਨਾਲ ਜੁੜੇ ਤੇ ਨਾ ਹੀ ਉਹ ਸੰਸਾਰ ਦੇ ਜੀਆਂ ਨੂੰ, ਮਨੁੱਖੀ ਜੀਆਂ ਨੂੰ ਨਿਰੰਕਾਰ ਨਾਲ ਜੋੜ ਰਹੇ ਨੇ। ਇਹ ਤਾਂ ਸੁਭਾਵਿਕ ਹੀ ਹੈ, ਜਿਹੜਾ ਆਪ ਨਹੀਂ ਜੁੜਿਆ ਨਿਰੰਕਾਰ ਦੇ ਨਾਲ ਉਹ ਦੂਸਰੇ ਨੂੰ ਵੀ ਨਹੀਂ ਜੋੜ ਸਕੇਗਾ। ਜਿਹੜਾ ਆਪ ਪਰਮੇਸ਼ਵਰ ਦੇ ਨਾਮ ਦਾ ਅਭਿਆਸੀ ਨਹੀਂ, ਉਹ ਦੂਸਰਿਆਂ ਨੂੰ ਵੀ ਨਾਮ ਦਾ ਅਭਿਆਸੀ ਨਹੀਂ ਬਣਾ ਸਕੇਗਾ। ਜਿਹੜਾ ਆਪ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਜਿਹੜਾ ਲੋਭ ਤੇ ਲਾਲਚ ਦੇ ਵਿੱਚ ਫਸਿਆ ਹੋਇਆ, ਹੰਕਾਰ ਦੇ ਜਾਲ ਵਿੱਚ ਫਸਿਆ ਹੋਇਆ, ਉਹ ਕਦੇ ਕਿਸੇ ਦੂਸਰੇ ਨੂੰ ਮੋਹ ਮਾਇਆ ਦੇ ਜਾਲ ਵਿੱਚੋਂ ਨਹੀਂ ਕੱਢ ਸਕਦਾ। ਪਰ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਧਰਮ ਦੇ ਨਾਮ ਦੇ ਉੱਤੇ ਸੰਸਾਰ ਦੇ ਮਨੁੱਖੀ ਜੀਆਂ ਨੂੰ ਭਰਮ ਦੇ ਵਿੱਚ ਪਾ ਕੇ ਗੁੰਮਰਾਹ ਕੀਤਾ ਹੋਇਆ ਹੈ, ਤੇ ਬੜੇ ਲੋਕ ਉਹਨਾਂ ਦੇ ਮਗਰ ਲੱਗੇ ਵੀ ਹੋਏ ਨੇ। ਸੱਚ ਔਰ ਝੂਠ ਦਾ ਫਰਕ ਨਹੀਂ ਸਮਝ ਵਿੱਚ ਆਇਆ ਕਿ ਕੀ ਸੱਚ ਹੈ ਔਰ ਕੀ ਝੂਠ ਹੈ। ਸਿਰਫ ਧਰਮ ਦਾ ਪਹਿਰਾਵਾ ਵੇਖਿਆ, ਪਹਿਰਾਵਾ ਵੇਖ ਕੇ, ਬਾਹਰ ਦਾ ਧਰਮੀ ਅਡੰਬਰ ਵੇਖ ਕੇ
ਤੇ ਮਨ ਨੇ ਆਖਿਆ ਵੀ ਇਹ ਬਹੁਤ ਵੱਡਾ ਧਰਮੀ ਹੈ, ਇਹਦਾ ਬਣਾਇਆ ਹੋਇਆ ਜਿਹੜਾ ਅਡੰਬਰ ਹੈ ਇਹੀ ਧਰਮ ਹੈ। ਤੇ ਲੋਕ ਹਜ਼ਾਰਾਂ ਜਿਹੜੇ ਨੇ ਉਹਨਾਂ ਦੇ ਨਾਲ ਜੁੜ ਗਏ, ਪਰ ਹਾਸਲ ਕੀ ਹੋਇਆ? ਕੁਛ ਵੀ ਨਹੀਂ, ਕਿਉਂਕਿ ਉਹਨਾਂ ਦੇ ਨਾਲ ਜੁੜੇ ਨੇ ਜਿਨ੍ਹਾਂ ਨੇ ਸਿਰਫ ਬਾਹਰੋਂ ਇੱਕ ਧਰਮ ਦਾ ਅਡੰਬਰ ਰਚਿਆ ਹੈ। ਔਰ ਉਹਦਾ ਕਾਰਨ ਕੀ ਸੀ ਕਿ ਸਿਰਫ ਧਨ ਪਦਾਰਥਾਂ ਨੂੰ ਇਕੱਠਾ ਕਰਨਾ। ਪਰ ਜਿਹੜੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਨਹੀਂ ਹੁੰਦੀ, ਜਿਹੜੇ ਸਿਰਫ ਬਾਹਰੋਂ ਧਰਮ ਦਾ ਪਹਿਰਾਵਾ ਤੇ ਧਰਮ ਦਾ ਅਡੰਬਰ ਰਚ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਮਹਾਰਾਜ ਕਹਿੰਦੇ ਨੇ ਸਿਰਫ ਉਹ ਇੱਕ ਰੱਬ ਨੂੰ ਖਿਡਾਉਣਾ ਹੀ ਸਮਝਦੇ ਨੇ। ਉਹਨਾਂ ਵਾਸਤੇ ਰੱਬ ਇੱਕ ਖਿਡਾਉਣਾ ਹੈ। ਖਿਡਾਉਣਾ ਦਾ ਮਤਲਬ ਜਿਵੇਂ ਮਰਜ਼ੀ ਉਹਦੇ ਨਾਲ ਖੇਡੀ ਜਾਓ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਸਾਨੂੰ ਗਿਆਨ ਦਿੰਦਿਆਂ, ਸਾਨੂੰ ਸੋਝੀ ਦਿੰਦਿਆਂ ਇਹ ਗੱਲ ਸਮਝਾਈ ਗਈ ਕਿ ਮਾਥੈ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਹੁਣਾ ਜਾਨਾ। ਕਹਿੰਦੇ ਮੱਥੇ ਤਿਲਕ ਤੇ ਹੱਥ ਵਿੱਚ ਮਾਲਾ ਪਕੜੀ ਹੋਵੇ ਤੇ ਇਹ ਮਤ ਸਮਝ ਲੈਣਾ ਕਿ ਇਹ ਧਰਮੀ ਹੈ। ਹੋ ਸਕਦਾ ਵੀ ਉਹ ਧਰਮ ਨੂੰ ਇੱਕ ਖਿਡੌਣੇ ਦੀ ਤਰ੍ਹਾਂ ਵਰਤ ਰਿਹਾ ਹੋਵੇ, ਉਹ ਧਰਮ ਦੇ ਨਾਲ ਖਿਲਵਾੜ ਕਰ ਰਿਹਾ ਹੋਵੇ, ਸਿਰਫ ਆਪਣੇ ਲੋਭ ਲਾਲਚ ਦੀ ਪੂਰਤੀ ਵਾਸਤੇ, ਆਪਣਾ ਖਜ਼ਾਨਾ ਭਰਨ ਵਾਸਤੇ ਉਹ ਇੱਕ ਰੱਬ ਦੇ ਨਾਮ ਨੂੰ ਖਿਡੌਣੇ ਦੀ ਤਰ੍ਹਾਂ ਵਰਤ ਰਿਹਾ ਹੋਵੇ। ਜਦੋਂ ਤੁਸੀਂ ਐਸੇ ਲੋਕ ਜਿਹੜੇ ਨੇ ਧਰਮੀ ਬਣ ਕੇ ਬੈਠੇ ਹੋਏ ਉਹਨਾਂ ਨਾਲ ਤੁਸੀਂ ਜੁੜੋਗੇ ਤਾਂ ਉਹਦੇ ਨਾਲ ਕੀ ਹੋਏਗਾ? ਜਿਹੜੇ ਅਸਲ ਵਿੱਚ ਧਰਮੀ ਨਾਮ ਦੇ ਅਭਿਆਸੀ ਨੇ ਉਹਨਾਂ ਦੇ ਕਰਕੇ ਤੁਹਾਡਾ ਉਹਨਾਂ ਤੋਂ ਵੀ ਵਿਸ਼ਵਾਸ ਉੱਠ ਜਾਏਗਾ, ਰੱਬ ਤੋਂ ਵੀ ਵਿਸ਼ਵਾਸ ਉੱਠ ਜਾਏਗਾ। ਜਦੋਂ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਧੋਖਾ ਖਾ ਜਾਂਦੇ ਹੋ ਤੇ ਧੋਖਾ ਖਾਦਾ ਹੋਇਆ ਬੰਦਾ ਫਿਰ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਵੇਖਦਾ ਹੈ। ਸੰਸਾਰ ਵਿੱਚ ਹਰ ਵੇਲੇ ਦੋ ਪੱਖ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਮਿਲਦੇ ਨੇ, ਇੱਕ ਗੁਰਮੁਖ ਵਾਲਾ ਔਰ ਇੱਕ ਮਨਮੁਖ ਵਾਲਾ। ਇੱਕ ਜਿਹੜੇ ਸੱਚ ਦੇ ਰਾਹ ਤੇ ਤੁਰਨ ਵਾਲੇ ਨੇ, ਇੱਕ ਉਹ ਨੇ ਜਿਹੜੇ ਪਾਖੰਡ ਰਚ ਕੇ ਪਾਖੰਡ ਦੇ ਰਾਹ ਤੇ ਤੁਰਨ ਵਾਲੇ। ਇੱਕ ਪਾਖੰਡੀ ਨੇ, ਤੇ ਜਦੋਂ ਤੁਸੀਂ ਪਾਖੰਡੀਆਂ ਦੇ ਵਸ ਵਿੱਚ ਆ ਜਾਂਦੇ ਹੋ ਤੇ ਠੱਗੇ ਜਾਂਦੇ ਹੋ, ਲੁੱਟੇ ਜਾਂਦੇ ਹੋ, ਧੋਖਾ ਖਾ ਜਾਂਦੇ ਹੋ, ਉਦੋਂ ਫਿਰ ਤੁਹਾਨੂੰ ਸਾਰੇ ਹੀ ਇੱਕੋ ਜਿਹੇ ਨਜ਼ਰ ਆਉਣ ਲੱਗ ਜਾਂਦੇ ਨੇ। ਭਾਵੇਂ ਉਹ ਸੱਚ ਦੇ ਰਾਹ ਤੇ ਤੁਰਦਾ ਹੋਵੇ, ਭਾਵੇਂ ਉਹਦੇ ਵਿੱਚ ਕੋਈ ਪਾਖੰਡ ਨਾ ਹੋਵੇ, ਨਾਮ ਦਾ ਅਭਿਆਸੀ ਪਰਮੇਸ਼ਵਰ ਨਾਲ ਵਾਕਈ ਜੁੜਿਆ ਹੋਵੇ, ਪਰ ਤੁਹਾਨੂੰ ਸਾਰੇ ਇੱਕੋ ਹੀ ਨਜ਼ਰ ਆਉਣਗੇ। ਤੁਸੀਂ ਕਹੋਗੇ ਇਹ ਵੀ ਪਾਖੰਡੀ ਹੈ, ਕਿਉਂਕਿ ਧੋਖਾ ਖਾ ਚੁੱਕੇ ਹੋ। ਇਹੀ ਕਾਰਨ ਹੈ ਕਿ ਤੁਹਾਡਾ ਪਰਮੇਸ਼ਵਰ ਤੋਂ ਭਰੋਸਾ ਨਾ ਉੱਠੇ, ਤੁਹਾਨੂੰ ਸੱਚ ਔਰ ਝੂਠ ਦੀ ਸਮਝ ਆ ਜਾਏ ਕਿ ਕੀ ਓਰੀਜਨਲ ਹੈ ਤੇ ਕੀ ਡੁਪਲੀਕੇਟ ਹੈ। ਇਹਦੇ ਵਾਸਤੇ ਤੁਹਾਨੂੰ ਗੁਰਬਾਣੀ ਨਾਲ ਜੁੜਨਾ ਪਏਗਾ, ਕਿਉਂਕਿ ਗੁਰਬਾਣੀ ਨੇ ਦੋਵਾਂ ਨੂੰ ਨਖੇੜ ਕੇ ਸਾਨੂੰ ਗਿਆਨ ਦਿੱਤਾ ਹੈ ਕਿ ਆਹ ਕੋਇਲ ਹੈ ਤੇ ਆਹ ਕਾਂ ਹੈ। ਬਾਹਰੋਂ ਵੇਖੋਗੇ ਤੇ ਦੋਵਾਂ ਦਾ ਰੰਗ ਇੱਕੋ ਜਿਹਾ ਹੀ ਹੈ। ਬਾਹਰੋਂ ਵੇਖਣ ਦੇ ਵਿੱਚ ਕਾਂ ਔਰ ਕੋਇਲ ਇੱਕੋ ਹੀ ਰੰਗ ਦੇ ਨੇ। ਇਹ ਤੇ ਜਦੋਂ ਉਹਨਾਂ ਦੀ ਬੋਲ, ਉਹਨਾਂ ਦੀ ਆਵਾਜ਼ ਸੁਣਾਂਗੇ ਫਿਰ ਪਤਾ ਲੱਗਣਾ ਵੀ ਕਾਂ ਕਿਹੜਾ ਹੈ ਤੇ ਕੋਇਲ ਕਿਹੜੀ ਹੈ, ਕਿਉਂਕਿ ਦੋਵਾਂ ਦੀ ਆਵਾਜ਼ ਵਿੱਚ ਬੜਾ ਫਰਕ ਹੈ। ਇਸੇ ਤਰ੍ਹਾਂ ਸੋਨੇ ਔਰ ਪਿੱਤਲ ਦਾ ਰੰਗ ਇੱਕੋ ਹੀ ਹੁੰਦਾ ਹੈ, ਪਰ ਜਿਹੜੀ ਸੋਨੇ ਦੀ ਕੀਮਤ ਹੈ ਉਹ ਪਿੱਤਲ ਭਾਵੇਂ ਉਹਦੇ ਵਰਗਾ ਰੰਗ ਭਾਵੇਂ ਆਪਣਾ ਲੈ ਲਵੇ, ਪਰ ਉਹ ਸੋਨੇ ਦੀ ਕੀਮਤ ਦੇ ਬਰਾਬਰ ਨਹੀਂ ਹੋ ਸਕਦਾ। ਧਰਮ ਦਾ ਪਹਿਰਾਵਾ ਪਾ ਕੇ, ਧਰਮ ਦਾ ਅਡੰਬਰ ਰਚ ਕੇ ਕੋਈ ਧਰਮੀ ਬਣਨ ਦਾ ਯਤਨ ਕਰੇ, ਉਹਦੀ ਰੀਸ ਕਰੇ, ਤਾਂ ਮਹਾਰਾਜ ਜੀ ਕਹਿੰਦੇ ਰੀਸ ਕਰਨ ਨਾਲ ਗੱਲ ਨਹੀਂ ਬਣਦੀ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ।
ਦੋ ਪੱਖ ਨੇ ਸੰਸਾਰ ਵਿੱਚ, ਇੱਕ ਗੁਰਮੁਖ ਤੇ ਇੱਕ ਮਨਮੁਖ ਵਾਲਾ। ਬਾਬਾ ਫਰੀਦ ਸਾਹਿਬ ਜੀ ਨੇ ਇਹੀ ਤੇ ਆਖਿਆ ਸੀ ਕਿ ਲੋਕ ਕਿੰਨਾ ਜਲਦੀ ਧੋਖਾ ਖਾ ਜਾਂਦੇ ਨੇ, ਕਿੰਨੇ ਜ਼ਿਆਦਾ ਲੋਕ ਧਰਮ ਦੀ ਆੜ ਦੇ ਵਿੱਚ ਦੁਨੀਆ ਨੂੰ ਲੁੱਟ ਰਹੇ, ਠੱਗ ਰਹੇ ਨੇ। ਅਸਲ ਵਿੱਚ ਅਸੀਂ ਜੀਵਨ ਨਹੀਂ ਵੇਖਦੇ, ਅਸੀਂ ਆਚਰਣ ਨਹੀਂ ਵੇਖਦੇ, ਅਸੀਂ ਉਹਦਾ ਚੱਜ ਆਚਾਰ ਨਹੀਂ ਵੇਖਦੇ। ਅਸੀਂ ਕੀ ਵੇਖਦੇ ਹਾਂ? ਸਿਰਫ ਪਹਿਰਾਵਾ ਵੇਖਦੇ ਹਾਂ। ਤੇ ਬਾਬਾ ਫਰੀਦ ਸਾਹਿਬ ਜੀ ਨੇ ਫਿਰ ਕਿਹਾ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮਹਿੰਡਾ, ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇ। ਲੋਕੀ ਤਾਂ ਪਹਿਰਾਵੇ ਨੂੰ ਵੇਖ ਕੇ ਹੀ ਦਰਵੇਸ਼ ਕਹੀ ਜਾਂਦੇ ਆ। ਫਿਰ ਤਾਂ ਹੀ ਤੇ ਲੋਕ ਕਹਿੰਦੇ ਵੀ ਇਹ ਤੇ ਕੰਮ ਹੀ ਬੜਾ ਸੌਖਾ ਹੈ, ਧਰਮ ਦਾ ਪਹਿਰਾਵਾ ਪਾਓ, ਧਰਮ ਦਾ ਅਡੰਬਰ ਰਚ ਲਓ, ਦੁਨੀਆ ਆਪੇ ਹੀ ਮਗਰ ਲੱਗ ਜਾਂਦੀ ਹੈ। ਕਈਆਂ ਨੇ ਆਖਿਆ ਵੀ ਇਹ ਤੇ ਕੰਮ ਹੀ ਬੜਾ ਸੌਖਾ ਹੈ, ਵੀ ਧਨ ਪਦਾਰਥਾਂ ਨੂੰ ਇਕੱਠਾ ਕਰਨ ਲਈ ਇਹ ਕੰਮ ਹੀ ਬੜਾ ਸੌਖਾ ਹੈ। ਐਸਾ ਧਰਮ ਦਾ ਅਡੰਬਰ ਰਚ ਕੇ ਦੇ ਦਿਓ, ਦੁਨੀਆ ਨੂੰ ਕਹਿਣ ਦੀ ਲੋੜ ਨਹੀਂ, ਉਹ ਆਪੇ ਹੀ ਦੌੜੀ ਭੱਜੀ ਆਏਗੀ। ਕਿਉਂਕਿ ਦੁਨੀਆ ਵਿੱਚ ਦੁੱਖ ਰੋਗ ਕਲਾ ਕਲੇਸ਼ ਬਹੁਤ ਹੈ। ਹਰ ਬੰਦਾ ਦੁਖੀ ਹੈ, ਹਰ ਬੰਦਾ ਰੋਗੀ ਹੈ, ਹਰ ਬੰਦਾ ਕਲਾ ਕਲੇਸ਼ ਵਿੱਚ ਫਸਿਆ ਹੋਇਆ ਹੈ। ਹਰ ਦਿਨ ਸਾਡਾ ਜਿਹੜਾ ਉਹ ਰੋਣਾ, ਪਰੇਸ਼ਾਨ, ਚਿੰਤਾਵਾਂ। ਫਿਰ ਬੰਦਾ ਕੀ ਕਰਦਾ ਹੈ? ਜਿੱਥੇ ਕੋਈ ਇਹਨੂੰ ਦਿਸਦਾ ਹੈ ਉਸੇ ਪਾਸੇ ਨੂੰ ਹੋ ਲੈਂਦਾ ਹੈ। ਭਾਵੇਂ ਉਹ ਝੂਠਾ ਹੈ ਜਾਂ ਸੱਚਾ ਇਹ ਨਹੀਂ ਵੇਖਦਾ, ਬਸ ਦੁਨੀਆ ਦੀ ਦੌੜ ਉਸ ਪਾਸੇ ਲੱਗ ਜਾਂਦੀ ਹੈ। ਪਰ ਬਾਅਦ ਵਿੱਚ ਪਤਾ ਲੱਗਦਾ ਇਹ ਤੇ ਢੌਂਗੀ ਸੀ, ਇਹ ਤੇ ਪਾਖੰਡੀ ਸੀ, ਇਹ ਤੇ ਸਾਡੇ ਦੁੱਖ ਦਾ ਫਾਇਦਾ ਚੁੱਕਦਾ ਰਿਹਾ, ਇਹ ਤੇ ਸਾਡੇ ਰੋਗ ਦਾ ਫਾਇਦਾ ਚੁੱਕਦਾ ਰਿਹਾ, ਇਹ ਤੇ ਸਾਡੇ ਘਰ ਦੇ ਕਲੇਸ਼ ਨੂੰ ਸਮਝ ਕੇ ਸਾਡੇ ਘਰ ਦੇ ਕਲੇਸ਼ ਦਾ ਫਾਇਦਾ ਚੁੱਕਦਾ ਰਿਹਾ, ਤੇ ਸਾਨੂੰ ਸੁਪਨੇ ਦਿਖਾਉਂਦਾ ਰਿਹਾ ਸੁੱਖ ਦੇ, ਸਾਨੂੰ ਸੁਪਨੇ ਦਿਖਾਉਂਦਾ ਰਿਹਾ ਖੁਸ਼ੀਆਂ ਦੇ, ਤੇ ਸਾਡੇ ਕੋਲੋਂ ਜੋ ਧਨ ਪਦਾਰਥ ਸੀ ਉਹ ਲੁੱਟਦਾ ਰਿਹਾ। ਫਿਰ ਪਤਾ ਲੱਗਾ ਜਾ ਕੇ ਜਦੋਂ ਅਸੀਂ ਲੁੱਟੇ ਗਏ। ਜਿਹੜੇ ਪਖੰਡੀ ਨੇ ਉਹਨਾਂ ਦੇ ਕੋਲੋਂ ਅਸੀਂ ਲੁੱਟੇ ਜਾਵਾਂਗੇ, ਧਿਆਨ ਰੱਖਿਓ। ਤੇ ਜਿਹੜਾ ਸੱਚ ਦੀ ਆਵਾਜ਼ ਦੇਣ ਵਾਲਾ, ਸੱਚ ਦੇ ਰਾਹ ਤੇ ਹੈ, ਸੱਚ ਬੋਲਣ ਵਾਲਾ, ਉੱਥੇ ਲੁੱਟੇ ਨਹੀਂ ਜਾਓਗੇ, ਉਹ ਤੇ ਸਗੋਂ ਲੁਟਾਉਂਦਾ ਹੈ। ਉਹ ਲੁੱਟਦਾ ਨਹੀਂ ਹੈ, ਉਹ ਤੇ ਸਗੋਂ ਲੁਟਾਉਂਦਾ ਹੈ। ਅਸੀਂ ਇਹੋ ਜਿਹੇ ਪਾਖੰਡ ਢੋਂਗੀਆਂ ਦੇ ਜਾਲ ਵਿੱਚ ਫਸਣ ਦੀ ਬਜਾਏ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਓ। ਇੱਥੇ ਲੁੱਟਿਆ ਨਹੀਂ ਜਾਂਦਾ, ਇੱਥੇ ਕਿਹਾ ਜਾਂਦਾ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਇੱਥੇ ਲੁੱਟਿਆ ਨਹੀਂ ਜਾਂਦਾ, ਲੁਟਾਇਆ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਆਪਣਾ ਪਰਿਵਾਰ, ਆਪਣੇ ਬੱਚਿਆਂ ਨੂੰ ਛੱਡ ਕੇ ਸੰਸਾਰ ਦੀ ਯਾਤਰਾ ਕਰਦੇ ਨੇ। ਕਿਉਂ ਕਰਦੇ ਨੇ? ਤਾਂ ਕਿ ਦੁਨੀਆ ਨੂੰ ਕੋਈ ਧਰਮ ਦੇ ਨਾਮ ਉੱਤੇ ਲੁੱਟੇ ਨਾ, ਕੋਈ ਠੱਗੇ ਨਾ। ਇਹ ਦੁਨੀਆ ਕਿਤੇ ਦੁੱਖ ਕਾਲਾ ਕਲੇਸ਼ ਵਿੱਚ ਪਈ ਹੋਈ, ਕਿਉਂਕਿ ਦੁਨੀਆ ਦੀ ਹਾਲਤ ਹੈ ਬਾਲੀ ਰੋਵੇ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ, ਇਸ ਲਈ ਲੋਕ ਜਿੱਧਰ ਦੇਖਦੇ ਨੇ ਉਧਰ ਹੀ ਹੋ ਲੈਂਦੇ ਨੇ। ਪਰ ਇਹ ਉਹ ਘਰ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਤੁਸੀਂ ਲੁਟਾਉਣਾ ਨਹੀਂ, ਤੁਸੀਂ ਇੱਥੇ ਜਿਹੜਾ ਹੈ ਉਹ ਲੁਟਾਇਆ ਜਾ ਰਿਹਾ ਹੈ। ਨਾਮ ਦਾ ਖਜ਼ਾਨਾ ਤੁਸੀਂ ਲੁੱਟਣ ਵਾਲੇ ਬਣੋ, ਭਾਵ ਇਹ ਨਾਮ ਦਾ ਖਜ਼ਾਨਾ ਤੁਸੀਂ ਇਕੱਠਾ ਕਰਨ ਵਾਲੇ ਬਣੋ। ਦੁਨੀਆ ਤੁਹਾਡੇ ਤੋਂ ਲੁੱਟਦੀ ਹੈ। ਇੱਥੇ ਕਿਹਾ ਜਾ ਰਿਹਾ ਹੈ ਲੂਟਣਾ ਹੈ ਤਾਂ ਲੂਟ ਲੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣਾ ਸਭ ਕੁਝ ਲੁਟਾ ਕੇ ਤੇ ਸਾਨੂੰ ਖੁਸ਼ੀਆਂ ਦੇ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਸਭ ਕੁਝ ਲੁਟਾ ਕੇ, ਸਭ ਕੁਝ ਵਾਰ ਕੇ ਤੇ ਸਾਨੂੰ ਖੁਸ਼ੀਆਂ ਦੇਣ ਵਾਸਤੇ ਤੁਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਭ ਕੁਝ ਲੁਟਾਇਆ। ਕੀ ਰੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੋਲ? ਅਸੀਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਦਰ ਛੱਡ ਕੇ, ਅੰਮ੍ਰਿਤਮਈ ਬਾਣੀ ਤੇ ਬਾਣੀ ਨੂੰ ਛੱਡ ਕੇ ਫਿਰ ਅਸੀਂ ਉਹਨਾਂ ਵੱਲ ਦੌੜਦੇ ਹਾਂ ਜਿਨ੍ਹਾਂ ਨੇ ਸਿਰਫ ਪਾਖੰਡ ਦਾ ਅਡੰਬਰ ਰਚ ਕੇ ਸਾਨੂੰ ਧੋਖਾ ਦਿੱਤਾ।
ਉਹਨਾਂ ਦੀਆਂ ਗੱਲਾਂ ਤੇ ਸਾਨੂੰ ਭਰੋਸਾ ਯਕੀਨ ਜਲਦੀ ਹੋ ਜਾਂਦਾ ਹੈ, ਪਰ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਕਿਉਂ ਨਹੀਂ ਹੁੰਦੇ ਜਿਨ੍ਹਾਂ ਨੇ ਕੀ ਰੱਖਿਆ? ਸਭ ਕੁਝ ਲੁਟਾ ਦਿੱਤਾ। ਅਸੀਂ ਫਿਰ ਉੱਥੇ ਜਾਂਦੇ ਹਾਂ ਜਿਹੜੇ ਸਾਨੂੰ ਲੁੱਟਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਾਬਰੀ ਕੌਣ ਕਰ ਲੇਗਾ ਸੰਸਾਰ 'ਚ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਉਹ ਤੁਸੀਂ ਛੱਡ ਦਿੱਤਾ। ਤੁਸੀਂ ਕੀਮਤੀ ਤੋਂ ਕੀਮਤੀ ਖਜ਼ਾਨਾ ਜਿਹੜਾ ਸੀ ਉਹ ਸਾਡੀ ਖਾਤਰ ਛੱਡ ਦਿੱਤਾ। ਤੁਸੀਂ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਸੀ ਉਹ ਵਾਰ ਦਿੱਤਾ। ਪਿਤਾ ਜੀ ਵੀ ਵਾਰ ਦਿੱਤੇ, ਮਾਤਾ ਜੀ ਵੀ ਵਾਰ ਦਿੱਤੇ, ਚਾਰੇ ਦੇ ਚਾਰੇ ਲਾਲ, ਚਾਰੇ ਦੇ ਚਾਰੇ ਸਾਹਿਬਜ਼ਾਦੇ ਵੀ ਤੁਸੀਂ ਵਾਰ ਦਿੱਤੇ। ਇੱਕ ਟਾਈਮ ਐਸਾ ਆ ਗਿਆ ਮਾਛੀਵਾੜੇ ਦੇ ਜੰਗਲ ਵਿੱਚ ਕਿ ਜਿੱਥੇ ਗੁਰੂ ਕੇ ਪਿਆਰੇ ਵੀ ਉਹਨਾਂ ਦੇ ਨਾਲ ਨਹੀਂ, ਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਇਕੱਲੇ ਜਿਹੜੇ ਨੇ ਆਰਾਮ ਕਰਦੇ। ਕੁਝ ਵੀ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਕੋਲ ਨਹੀਂ, ਪਰ ਫਿਰ ਵੀ ਸਭ ਕੁਝ ਲੁਟਾ ਕੇ, ਸਭ ਕੁਝ ਵਾਰ ਕੇ ਸਾਡੀ ਖਾਤਰ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸੁਤ ਚਾਰ ਚਾਰ ਮੂਏ ਤੋ ਕਿਆ ਹੁਆ, ਜੀਵਤ ਕਈ ਹਜ਼ਾਰ। ਸਭ ਕੁਝ ਲੁਟਾ ਕੇ ਗੁਰੂ ਕਲਗੀਧਰ ਪਾਤਸ਼ਾਹ ਅੱਜ ਮਾਛੀਵਾੜੇ ਦੇ ਜੰਗਲ ਵਿੱਚ ਪਏ ਹੋਏ ਨੇ। ਅਸੀਂ ਕਿਉਂ ਉਹ ਭੁੱਲ ਜਾਂਦੇ ਹਾਂ? ਅਸੀਂ ਗੁਰੂ ਸਤਿਗੁਰੂ ਦਾ ਦੱਸਿਆ ਹੋਇਆ ਰਾਹ ਕਿਉਂ ਛੱਡ ਕੇ ਐਵੇਂ ਢੌਂਗੀ ਔਰ ਜਿਹੜੇ ਧਰਮ ਦੇ ਨਾਮ ਤੇ ਅਡੰਬਰ ਰਚ ਕੇ ਸਾਨੂੰ ਲੁੱਟ ਰਹੇ ਆ? ਫਿਰ ਉਹਨਾਂ ਦੇ ਮਗਰ ਅਸੀਂ ਭੀੜਾਂ ਦੀਆਂ ਭੀੜਾਂ ਜਿਹੜੀਆਂ ਉਹ ਚੱਲਦੀਆਂ, ਤੇ ਜਦੋਂ ਖਾਲੀ ਹੋ ਜਾਂਦੇ ਆ ਫਿਰ ਆ ਕੇ ਕਹਿੰਦੇ ਆ ਸਤਿਗੁਰੂ ਬਚਾ ਲਓ ਸਾਨੂੰ। ਫਿਰ ਅਸੀਂ ਕਹਿੰਦੇ ਆ ਅਸੀਂ ਤੇ ਰੱਬ ਜੀ ਧੋਖਾ ਖਾ ਗਏ। ਹੁਣ ਉੱਥੇ ਰੱਬ ਜੀ ਵੀ ਜਿਹੜਾ ਉਹ ਕੀ ਕਰਨਗੇ? ਫਿਰ ਅਸੀਂ ਦੋਸ਼ ਰੱਬ ਜੀ ਨੂੰ ਦਿੰਨੇ ਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਖਿਆਲ ਪ੍ਰਗਟ ਕੀਤਾ ਹੈ, ਬੜੇ ਧਿਆਨ ਨਾਲ ਸਮਝਣਾ। ਕੋਈ ਕਹਿੰਦਾ ਵੀ ਮੈਂ ਪੰਡਤ ਬਣ ਜਾ, ਬੜੀ ਸੇਵਾ ਹੁੰਦੀ ਹੈ, ਬੜੀ ਪੂਜਾ ਹੁੰਦੀ ਹੈ। ਕੋਈ ਕਹਿੰਦਾ ਮੈਂ ਜੋਤਸ਼ੀ ਬਣ ਜਾ, ਭਾਵੇਂ ਸੋਝੀ ਹੈ ਨਹੀਂ, ਭਾਵੇਂ ਚਾਨਣ ਗਿਆਨ ਕੁਛ ਵੀ ਨਹੀਂ ਹੈ, ਬਸ ਆਇਆ ਹੋਇਆ ਉਹਦਾ ਹੱਥ ਦੇਖ ਕੇ, ਉਹਦੀਆਂ ਲਕੀਰਾਂ ਦੇਖ ਕੇ ਦੋ ਗੱਲਾਂ ਹੀ ਕਰਨੀਆਂ ਨੇ, ਤੇ ਦੋ ਗੱਲਾਂ ਐਸੀਆਂ ਕਰਨੀਆਂ ਨੇ ਕਿ ਉਹ ਮੇਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਏ ਤੇ ਉਹ ਕਹੇ ਜੀ ਦੱਸੋ ਕੀ ਕਰਨਾ ਹੈ, ਕਿਹੜਾ ਉਪਾਅ ਕਰਨਾ ਹੈ, ਮੈਂ ਹਰ ਤਰ੍ਹਾਂ ਦਾ ਉਪਾਅ ਕਰਨ ਨੂੰ ਤਿਆਰ ਹਾਂ। ਕਹਿੰਦੇ ਜੇ ਜੋਤਸ਼ੀ ਬਣਨਾ ਵੀ ਜਿਹੜਾ ਉਹ ਭਾਵੇਂ ਵਿਦਿਆ ਹੋਵੇ ਕੋਈ ਨਾ, ਪਰ ਅਡੰਬਰ ਤਾਂ ਰਚ ਲਿਆ, ਧੋਖੇ ਵਿੱਚ ਦੁਨੀਆ ਨੂੰ ਪਾ ਦਿੱਤਾ। ਮੱਥੇ ਦੀ ਰੇਖਾ ਵੇਖ ਕੇ ਭਰਮ ਚ ਪਾਤਾ, ਹੱਥਾਂ ਦੀਆਂ ਲਕੀਰਾਂ ਵੇਖ ਕੇ ਭਰਮ ਵਿੱਚ ਪਾ ਦਿੱਤਾ, ਜਨਮ ਪੱਤਰੀਆਂ ਤਿਆਰ ਕਰਵਾ ਕੇ ਉਹਨਾਂ ਦੇ ਲਗਨ ਸ਼ਗਨ ਦੇ ਭਰਮ ਵਿੱਚ ਪਾ ਦਿੱਤਾ, ਦਿਨਾਂ ਦੇ ਚੱਕਰ ਵਿੱਚ ਪਾ ਦਿੱਤਾ, ਸ਼ਗਨ ਅਵਸ਼ਗਨ ਦੇ ਚੱਕਰ ਵਿੱਚ ਪਾ ਦਿੱਤਾ। ਜਨਮ ਹੋਇਆ ਤਾਂ ਵੀ ਸ਼ਗਨ ਅਵਸ਼ਗਨ, ਜੇ ਮੌਤ ਹੋ ਗਈ ਤਾਂ ਵੀ ਸ਼ਗਨ ਅਵਸ਼ਗਨ। ਜੋ ਕੁਦਰਤੀ ਤੌਰ ਤੇ ਸਾਨੂੰ ਉਸ ਕਰਤੇ ਨੇ ਸਾਡੀ ਰਚਨਾ ਕੀਤੀ ਹੈ, ਉਹਦੇ ਵਿੱਚ ਕੀ ਹੋਇਆ? ਉਹਦੇ ਵਿੱਚ ਜੋਤਸ਼ੀ ਬਣ ਕੇ ਅਸੀਂ ਚੱਕਰਾਂ ਭਰ ਵਿੱਚ ਪਾ ਦਿੱਤਾ ਦੁਨੀਆ ਨੂੰ ਕਿ ਜੇ ਜਨਮ ਇਸ ਦਿਨ, ਇਸ ਘੜੀ, ਇਸ ਰੁੱਤ ਵਿੱਚ ਹੋਇਆ ਤੇ ਕਿਉਂ ਹੋਇਆ? ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਤੇ ਬੜਾ ਭਾਰੂ ਪੈ ਗਿਆ ਤੁਹਾਡੇ ਤੇ। ਹੁਣ ਜਿਹਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਤੇ ਉਧਰੋਂ ਜੋਤਸ਼ੀ ਨੇ ਕਹਿਤਾ ਵੀ ਇਹ ਤੇ ਤੁਹਾਡੇ ਤੇ ਬੱਚਾ ਬੜਾ ਭਾਰੂ ਹੈ ਕਿਉਂਕਿ ਇਸ ਦਿਨ ਇਹਦਾ ਜਨਮ ਹੋਇਆ, ਤੇ ਸਾਰਾ ਪਰਿਵਾਰ ਡਰ ਗਿਆ ਵੀ ਇਹ ਕੀ ਬਣਿਆ। ਇੱਕ ਪਾਸੇ ਅਸੀਂ ਕਹਿੰਦੇ ਆ ਵੀ ਸ਼ੁਕਰ ਹੈ ਮਾਲਕ ਜੀ ਤੁਸੀਂ ਸਾਨੂੰ ਧੀ ਪੁੱਤ ਦੀ ਦਾਤ ਦਿੱਤੀ, ਤੇ ਜਿਹੜਾ ਦਾਤ ਦੇਣ ਵਾਲਾ ਸੀ ਕੀ ਉਹ ਦਾਤ ਦੇ ਕੇ ਭੁੱਲ ਕਰ ਗਿਆ ਕਿ ਦਾਤੇ ਨੇ ਦਾਤ ਦੇ ਕੇ ਗਲਤੀ ਕੀਤੀ ਹੈ, ਜਾਂ ਬੰਦਾ ਰੱਬ ਨਾਲੋਂ ਜ਼ਿਆਦਾ ਸਿਆਣਾ ਹੋ ਗਿਆ? ਅਸੀਂ ਉਹਦੀ ਗੱਲ ਤੇ ਭਰੋਸਾ ਕਰ ਲੈਂਦੇ ਹਾਂ। ਅਸੀਂ ਕਹਿੰਦੇ ਵੀ ਇਹ ਬਹੁਤ ਭਾਰੂ ਹੈ ਸਾਡੇ ਉੱਤੇ ਬੱਚਾ ਜਿਹੜਾ ਜਨਮ ਲਿਆ, ਫਿਰ ਕੀ ਕਰੀਏ? ਉਹ ਕਹਿੰਦੇ ਇੰਨਾ ਕੁਝ ਦਾਨ ਕਰੋ, ਇੰਨਾ ਕੁਝ ਜਿਹੜਾ ਉਹ ਉਪਾਅ ਕਰੋ ਤੇ ਤੁਹਾਡਾ ਫਿਰ ਭਾਰ ਉਤਰ ਜਾਏਗਾ। ਉਹ ਭਾਰ ਕਾਹਦਾ ਉਤਰਨਾ ਸੀ? ਉਹ ਤੇ ਧਨ ਪਦਾਰਥ ਲੈਣੇ ਸੀ ਉਹਦੇ ਕੋਲੋਂ। ਇਹ ਬੱਚਾ ਜਿਹੜਾ ਇਹ ਥਿੱਤਵਾਰ ਦੇ ਭਰਮ ਵਿੱਚ ਪਾ ਦਿੱਤਾ। ਫਿਰ ਚਲੋ ਜਦੋਂ ਮੌਤ ਹੋਈ ਉਦੋਂ ਵੀ ਅਸੀਂ ਵੇਖਦੇ ਹਾਂ ਵੀ ਆ ਦਿਨ ਕਿਹੜਾ ਹੈ, ਵਾਰ ਕਿਹੜਾ, ਥਿੱਤ ਕਿਹੜੀ ਹੈ।
ਉਦੋਂ ਵੀ ਅਸੀਂ ਇਹ ਲਗਨ ਸ਼ਗਨ ਵੇਖਦੇ ਹਾਂ। ਫਿਰ ਅਸੀਂ ਇਹ ਵੇਖਦੇ ਹਾਂ ਵੀ ਇਸ ਡੈੱਡ ਬੋਡੀ ਦਾ ਮੂੰਹ ਕਿਹੜੇ ਵਾਲੇ ਪਾਸੇ ਰੱਖਣਾ ਹੈ ਔਰ ਇਹਦੇ ਪੈਰ ਕਿਹੜੇ ਵਾਲੇ ਪਾਸੇ ਰੱਖਣੇ। ਹੁਣ ਉਹ ਜਿਹੜਾ ਹੈ ਹੋਈ ਡੈੱਡ ਗਿਆ, ਜਿਹੜਾ ਮੁਰਦਾ ਹੈ, ਉਹਨੂੰ ਭਾਵੇਂ ਚਾਰੇ ਪਾਸੇ ਜਿੱਧਰ ਮਰਜ਼ੀ ਰੱਖ ਲਓ, ਕੀ ਫਰਕ ਪੈਣਾ, ਕਿਉਂਕਿ ਉਹ ਤੇ ਡੈੱਡ ਬੋਡੀ ਹੈ। ਪਰ ਸਾਨੂੰ ਉੱਥੇ ਵੀ ਭਰਮ ਪਾ ਦਿੱਤਾ, ਅਸੀਂ ਉੱਥੇ ਵੀ ਜਾਲ ਵਿੱਚ ਫਸ ਗਏ। ਫਿਰ ਜੇ ਕਿਤੇ ਜੰਮਦੇ ਹੋਏ ਬੱਚੇ, ਜਿਹਨੇ ਬੱਚੇ ਨੇ ਜਨਮ ਲਿਆ, ਤੇ ਜੇ ਕਿਤੇ ਉਹਦੇ ਉੱਪਰਲੇ ਦੰਦ ਪਹਿਲਾਂ ਆ ਗਏ ਤਾਂ ਭਰਮ ਪਾ ਦਿੱਤਾ, ਜੇ ਥੱਲੜੇ ਦੰਦ ਪਹਿਲਾਂ ਆ ਗਏ ਤਾਂ ਭਰਮ ਪਾ ਦਿੱਤਾ ਵੀ ਇਹ ਤੇ ਨਾਨਕਿਆਂ ਤੇ ਬੜਾ ਭਾਰੂ ਹੈ। ਹੁਣ ਕੀ ਕਰੀਏ? ਨਾਨਕਿਆ ਪਰਿਵਾਰ ਡਰ ਗਿਆ ਸਾਰਾ ਵੀ ਇਹ ਬੱਚੇ ਦੇ ਦੰਦ ਪਹਿਲਾਂ ਉੱਪਰਲੇ ਆ ਗਏ, ਇਹ ਕੀ ਹੋਇਆ? ਹੁਣ ਉਹ ਡਰ ਗਏ। ਉਹ ਕਹਿੰਦੇ ਦੱਸੋ ਕੀ ਕਰੀਏ? ਉਹ ਕਹਿੰਦੇ ਬੱਚੇ ਦੀ ਸ਼ਕਲ ਨਹੀਂ ਵੇਖਣੀ, ਤੁਸੀਂ ਬੱਚੇ ਦੀ ਸ਼ਕਲ ਨਹੀਂ ਵੇਖਣੀ, ਨਹੀਂ ਤੇ ਤੁਹਾਡੇ ਨੁਕਸਾਨ ਬੜਾ ਘਰ ਵਿੱਚ। ਪੂਰਾ ਨਾਨਕਾ ਪਰਿਵਾਰ ਡਰ ਗਿਆ। ਉਹ ਕਹਿੰਦੇ ਦੱਸੋ ਕੀ ਕਰੀਏ? ਕਹਿੰਦੇ ਆਹ ਉਪਾਅ ਕਰ ਲਓ ਤੇ ਫਿਰ ਤੁਸੀਂ ਬੱਚੇ ਦੀ ਸ਼ਕਲ ਵੇਖ ਸਕਦੇ ਹੋ। ਗੱਲ ਤੇ ਪਦਾਰਥਾਂ ਦੀ ਸੀ। ਇਸ ਲਈ ਕਹਿੰਦੇ ਨੇ ਪੰਡਤ ਬਾਹਰੋਂ ਹੋ ਜਾਣਾ। ਅਸਲ ਵਿੱਚ ਪੰਡਤ ਦਾ ਅਰਥ ਜਿਹੜਾ ਸੀ ਉਹ ਵਿਦਵਾਨ ਸੀ, ਗਿਆਨ, ਜਿਹਨੂੰ ਆਪਾਂ ਗਿਆਨੀ ਕਹਿੰਦੇ ਆ। ਸਾਹਿਬ ਕਹਿੰਦੇ ਪੰਡਤ ਜਿਹੜਾ ਉਹ ਤਨ ਦਾ ਨਹੀਂ ਹੁੰਦਾ, ਮਨ ਦਾ ਹੁੰਦਾ ਹੈ। ਗਿਆਨੀ ਤਨ ਦਾ ਨਹੀਂ ਹੁੰਦਾ, ਮਨ ਦਾ ਹੁੰਦਾ ਹੈ। ਜੋਗੀ ਤਨ ਦਾ ਨਹੀਂ ਹੁੰਦਾ, ਜੋਗੀ ਮਨ ਦਾ ਹੁੰਦਾ ਹੈ। ਗਿਆਨ ਤਨ ਦਾ ਨਹੀਂ ਹੁੰਦਾ, ਗਿਆਨ ਮਨ ਦੇ ਕਰਕੇ ਹੁੰਦਾ ਹੈ। ਅਸੀਂ ਸਾਰਾ ਕੁਝ ਹੀ ਤਨ ਕਰਕੇ ਸਮਝ ਲਿਆ, ਫਿਰ ਧੋਖਾ ਖਾ ਗਏ। ਗੁਰੂ ਸਾਹਿਬ ਜੀ ਇੱਕ ਖਿਆਲ ਪ੍ਰਗਟ ਕਰ ਰਹੇ ਨੇ ਵੀ ਜੇ ਇਸ ਤਰ੍ਹਾਂ ਮੈਂ ਹੋ ਜਾਵਾਂ, ਤੇ ਬਾਅਦ ਵਿੱਚ ਕਹਿੰਦੇ ਨਹੀਂ, ਉਹਦੀ ਕਿਰਪਾ ਤੋਂ ਬਿਨਾਂ ਗੱਲ ਨਹੀਂ ਬਣਨੀ। ਉਹਦੀ ਕਿਰਪਾ, ਉਹਦੀ ਰਹਿਮਤ ਤੋਂ ਬਿਨਾਂ ਫਿਰ ਅਧੂਰੇ ਰਹਿ ਜਾਣਾ। ਤੇ ਫਿਰ ਬਾਹਰੋਂ ਇਹ ਪੰਡਤ, ਇਹ ਜੋਤਕੀ ਬਣਨ ਦਾ ਕੀ ਫਾਇਦਾ? ਬਾਹਰੋਂ ਧਰਮ ਗ੍ਰੰਥ ਜਿਹੜੇ ਨੇ ਉਹ ਪੜਨ ਦਾ ਕੀ ਫਾਇਦਾ ਜੇ ਉਹਦੀ ਕਿਰਪਾ, ਉਹਦੀ ਮਿਹਰ, ਉਹਦੀ ਬਖਸ਼ਿਸ਼ ਹੀ ਨਾ ਹੋਈ ਤਾਂ। ਜਪਜੀ ਸਾਹਿਬ ਜੀ ਦੀ ਪੌੜੀ ਆਪਾਂ ਕਿੰਨੀ ਵਾਰ ਵਿਚਾਰ ਚੁੱਕੇ ਹਾਂ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ, ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾਂਗੇ। ਚਲੋ ਵਿਚਾਰ ਚੱਲੀਏ, ਅੱਗੇ ਵੀ ਜ਼ਿਕਰ ਕੀਤਾ ਸੀ ਤੇ ਕਰਦੇ ਰਹਿਣਾ। ਜਿਹੜੇ ਭਰਮ ਵਿੱਚ ਸਾਨੂੰ ਪਾਇਆ ਨਾ, ਅਸੀਂ ਗੁਰੂ ਘਰ ਵੀ ਉਹੀ ਭਰਮ ਵਿੱਚ ਆਉਂਦੇ ਆ। ਸਾਨੂੰ ਤਾਂ ਸਾਹਿਬ ਨੇ ਕਿਹਾ ਸੀ ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਤੂੰ ਗੁਰਬਾਣੀ ਨੂੰ ਸੁਣ, ਗੁਰਬਾਣੀ ਨੂੰ ਪੜ, ਤੂੰ ਗੁਰਬਾਣੀ ਨੂੰ ਗਾ। ਤੈਨੂੰ 3 ਅਵਸਥਾਵਾਂ ਦਿੱਤੀਆਂ ਨੇ, ਅੱਖ, ਕੰਨ ਤੇ ਜ਼ੁਬਾਨ। ਤੂੰ ਇਸ ਜ਼ੁਬਾਨ ਤੋਂ ਉਹਦੀ ਬਾਣੀ ਨੂੰ ਗਾ, ਕੰਨਾਂ ਨਾਲ ਸੁਣ, ਅੱਖਾਂ ਨਾਲ ਬਾਣੀ ਨੂੰ ਪੜਿਆ ਕਰ, ਤੇ ਪੂਰੇ ਗੁਰੂ ਨੇ ਫਿਰ ਤੈਨੂੰ ਰੱਖ ਲੈਣਾ ਜਦੋਂ ਤੂੰ ਇਸ ਤਰ੍ਹਾਂ ਜੁੜੇਗਾ। ਪਰ ਸਾਨੂੰ ਤਾਂ ਭਰਮ ਪਾਇਆ ਸੀ ਕਿ ਤੂੰ ਸਿਰਫ 21, 31, 11 ਗੁਟਕਾ ਸਾਹਿਬ ਲਿਆ ਕੇ ਤੇ ਗੁਰੂ ਦੀ ਗੋਲਕ ਤੇ ਰੱਖ ਕੇ ਆ ਜਾਈਂ ਤੇ ਤੇਰਾ ਕੰਮ ਬਣ ਜਾਏਗਾ। ਅਸੀਂ ਕਿਹਾ ਇਹ ਤੇ ਕੰਮ ਹੀ ਬੜਾ ਸੋਹਣਾ ਹੈ ਵੀ ਨਾ ਸੁਣਨਾ ਪਏ, ਨਾ ਬੋਲਣਾ ਪਏ, ਨਾ ਪੜਨਾ ਪਏ, ਨਾ ਸਾਨੂੰ ਨਿਤਨੇਮ ਦਾ ਗੁਟਕਾ ਖੋਲਣਾ ਪਏ, ਨਾ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਪਏ। ਇਹ ਤੇ ਕੰਮ ਹੀ ਸੌਖਾ ਹੈ। ਜਿੱਥੇ ਆ ਕੇ ਅਸੀਂ ਗਿਆਨ ਲੈਣਾ ਸੀ, ਅਸੀਂ ਉੱਥੇ ਫਿਰ ਭਰਮ ਵਿੱਚ ਹੀ ਆਏ। ਮੁਬਾਰਕ ਹੈ, ਪਰ ਸਾਹਿਬ ਜੀ ਕਹਿੰਦੇ ਆ ਵੀ ਤੂੰ ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਤੇ ਹੱਥ ਜੋੜ ਕੇ ਫਿਰ ਬੇਨਤੀ ਕਰੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ, ਦਾਸਰਿਆਂ ਵੱਲੋਂ ਵੀ ਤੁਸੀਂ ਯਤਨ ਕਰਿਆ ਕਰੋ ਵੀ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰੋ। ਗੁਰਬਾਣੀ ਦਾ ਅਭਿਆਸ ਕਰਨ ਦੇ ਨਾਲ ਬਖਸ਼ਿਸ਼ਾਂ ਮਿਲਣੀਆਂ ਨੇ। ਗੁਰੂ ਘਰ ਦੇ ਅੰਦਰ ਬਹੁਤ ਗੁਟਕਾ ਸਾਹਿਬ ਜਿਹੜੇ ਨੇ ਉਹ ਮੌਜੂਦ ਨੇ, ਪਰ ਉਹਨਾਂ ਨੂੰ ਪੜਨ, ਉਹਨਾਂ ਨੂੰ ਸੁਣਨ, ਉਹਨਾਂ ਨੂੰ ਸਮਝਣ ਵਾਲਿਆਂ ਦੀ ਲੋੜ ਹੈ। ਅਸੀਂ ਜਿਵੇਂ ਸਾਨੂੰ ਕੋਈ ਕਹਿੰਦਾ ਉਹ ਲਿਆ ਕੇ ਅਸੀਂ ਗੁਰਬਾਣੀ ਦੀ ਬੇਅਦਬੀ ਨਾ ਕਰੀਏ। ਇਹ ਬੇਨਤੀ ਹੈ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਕਰੋ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੋਵਾਂ, ਇੱਕ ਖਿਆਲ ਹੈ ਨਾ, ਕਹਿਣ ਲੱਗੇ ਵੀ ਜੇ ਮੈਂ ਕੀ ਹੋਵਾਂ ਪੰਡਿਤ ਜੋਤ ਕੀ,
ਕਹਿਣ ਲੱਗੇ ਵੀ ਜੇ ਮੈਂ ਪੰਡਤ ਬਣ ਜਾਵਾਂ ਜਾਂ ਮੈਂ ਜੋਤਕੀ ਬਣ ਜਾਵਾਂ, ਵੇਦ ਪੜ੍ਹਾਂ ਮੁਖ ਚਾਰ, ਆਪਣੇ ਮੁਖ ਵਿੱਚੋਂ ਜਿਹੜੇ ਇਹ 4 ਵੇਦ ਨੇ, ਇਹਨਾਂ 4 ਵੇਦਾਂ ਦਾ ਮੈਂ ਪੜ੍ਹਾਂ, ਭਾਵ ਇਹਨਾਂ ਦਾ ਪਾਠੀ ਬਣ ਜਾਵਾਂ। ਹਰ ਵੇਲੇ ਮੁਖ ਤੋਂ 4 ਵੇਦ ਜਿਹੜੇ ਨੇ ਉਚਾਰਨ ਕਰਨ ਵਾਲਾ ਹੋ ਜਾਵਾਂ, ਔਰ ਪੰਡਤ ਜਿਹੜਾ ਆਪਣਾ ਨਾਮ ਧਰਾ ਲਵਾਂ, ਕਿਉਂਕਿ ਨਾਮ ਧਰਾਉਣਾ ਸੌਖਾ ਹੈ, ਜੋ ਮਰਜ਼ੀ ਧਰ ਲਓ। ਪੰਡਤ ਨਾਮ ਧਰ ਲਓ, ਜੋਗੀ ਰੱਖ ਲਓ ਆਪਣਾ ਨਾਮ, ਭਾਵੇਂ ਤੁਸੀਂ ਗਿਆਨੀ ਆਪਣਾ ਨਾਮ ਰੱਖ ਲਓ, ਭਾਵੇਂ ਤੁਸੀਂ ਬ੍ਰਹਮ ਗਿਆਨੀ ਰੱਖ ਲਓ। ਨਾਮ ਧਰਾਉਣਾ ਬੜਾ ਸੌਖਾ ਹੈ ਕਿ ਬ੍ਰਹਮ ਗਿਆਨੀ 108, ਬ੍ਰਹਮ ਗਿਆਨੀ 101, ਨਾਮ ਹੀ ਧਰਾਉਣਾ ਹੈ। ਪਰ ਉਹਦਾ 101 108 ਦਾ ਕੀ ਮਤਲਬ ਹੈ, ਉਹ ਕਹਿੰਦੇ ਪਤਾ ਨਹੀਂ, ਬਸ ਇਹ ਹੈ ਵੀ ਨਾਮ ਧਰਾ ਲਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਇੱਕ ਦੀ ਡੈਫੀਨੇਸ਼ਨ, ਪਰਿਭਾਸ਼ਾ ਦਿੱਤੀ ਗਈ ਕਿ ਨਾਮ ਧਰਨ ਤੋਂ ਪਹਿਲਾਂ ਉਹਦੇ ਅਰਥ ਸਮਝ ਲਈ ਕਿਵੇਂ। ਸਾਹਿਬ ਜੀ ਜੋ ਇਹ ਹੁਣ ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਤਾਂ ਹੀ ਸਾਨੂੰ ਸਮਝ ਆਉਣੀ ਸੀ ਕਿ ਸੋ ਪੰਡਤ ਜੋ ਮਨ ਪਰ ਬੁੱਧ ਹੈ, ਪੰਡਤ ਤਾਂ ਉਹਨੂੰ ਕਹਿੰਦੇ ਨੇ। ਰਾਮ ਨਾਮ ਆਤਮ ਮੈਂ ਸੋਧ ਹੈ, ਕੱਲੇ ਬਾਹਰ ਦੇ ਪਹਿਰਾਵੇ ਦਾ ਨਾਮ ਪੰਡਤ ਨਹੀਂ। ਸਾਹਿਬ ਜੀ ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਅਸਲ ਵਿੱਚ ਜੋਗੀ ਕੌਣ ਹੈ, ਉਹ ਪਹਿਰਾਵੇ ਦਾ ਨਾਮ ਜੋਗੀ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਜੇ ਮੰਨ ਲਓ ਚਲੋ ਪੰਡਤ ਹੋ ਜਾਵਾਂ, ਜੋਤਿਸ਼ੀ ਬਣ ਜਾਂ ਫਿਰ ਆਪਣੇ ਮੁਖ ਤੋਂ 4 ਵੇਦ ਜਿਹੜੇ ਆ ਉਚਾਰਨ ਹਰ ਵੇਲੇ ਕਰਦਾ ਰਵਾਂ। ਨਵਾਂ ਖੰਡਾ ਵਿੱਚ ਜਾਣੀਆ, ਆਪਣੇ ਚੱਜ ਵਿਚਾਰ। ਆਪਣੇ ਇਸ ਚੱਜ ਵਿਚਾਰ ਦੇ ਨਾਲ, ਚੱਜ ਦਾ ਅਰਥ ਹੈ ਕਰਮ, ਵਿਚਾਰ ਦਾ ਅਰਥ ਹੈ ਖਿਆਲ, ਵੀ ਮੈਂ ਇਹਨਾਂ ਖਿਆਲਾਂ ਵਿੱਚ ਪੰਡਤ ਬਣ ਕੇ ਕਰਮ ਕਰਾਂ, ਜੋਤਕੀ ਬਣ ਕੇ ਕਰਾਂ। ਇਹ ਅਸਲ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਇਹਨਾਂ ਭਰਮਾਂ ਦੇ ਵਿੱਚ ਨਹੀਂ ਪੈਣਾ। ਕਹਿਣ ਲੱਗੇ ਮੁੱਖ ਤੋਂ ਹਰ ਵੇਲੇ ਵੇਦ ਜਿਹੜੇ ਆ ਉਹ ਪੜ੍ਹੀ ਜਾਵਾਂ, ਔਰ ਇਸ ਚੱਜ ਵਿਚਾਰ ਦੇ ਨਾਲ, ਇਸ ਕਰਮ ਦੇ ਕਰਕੇ ਮੈਂ ਨਵਾਂ ਖੰਡਾਂ ਵਿੱਚ ਜਾਣੀਆਂ, 9 ਖੰਡਾਂ ਦੇ ਵਿੱਚ ਜਾਣਿਆ ਵੀ ਜਾਵਾਂ। ਇੱਥੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਇੱਥੇ ਜਿਹੜੀ ਆਪਾਂ ਵਿਚਾਰੀ ਹੈ, ਪਾਵਨ ਪੌੜੀ, ਉਹ ਇੱਥੇ ਬਿਲਕੁਲ ਢੁਕਦੀ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਵੀ 9 ਖੰਡਾਂ ਵਿੱਚ ਜਾਣਿਆ ਵੀ ਜਾਵਾਂ, ਵੀ ਫਲਾਣਾ ਪੰਡਤ ਬਹੁਤ ਵੱਡਾ ਹੈ, ਫਲਾਣਾ ਜੋਤਿਸ਼ੀ ਬਹੁਤ ਵੱਡਾ ਹੈ, ਇਹ ਜਾਣਿਆ ਵੀ ਜਾਵਾਂ। ਪਰ ਗੱਲ ਤੇ ਫਿਰ ਉੱਥੇ ਮੁੱਕਣੀ ਹੈ ਵੀ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਗਏ। ਜੇ ਉਹਦੀ ਨਜ਼ਰ ਉਸ ਰੱਬ ਦੀ ਮਿਹਰ ਨਾ ਹੋਈ ਤਾਂ ਫਿਰ ਕਿਸੇ ਬਾਤ ਨਹੀਂ ਪੁੱਛਣੀ। ਉਹਦੇ ਨਾਮ ਤੋਂ ਬਿਨਾ, ਉਹਦੇ ਨਾਮ ਦੀ ਕਮਾਈ ਤੋਂ ਬਿਨਾ ਜੀਵਨ ਅਧੂਰਾ ਹੈ। ਅਸੀਂ ਜਿੰਨੇ ਮਰਜ਼ੀ ਧਰਮ ਦੇ ਅਡੰਬਰ ਰਚ ਕੇ, ਧਰਮ ਦੇ ਪਹਿਰਾਵੇ ਪਾ ਕੇ ਧਰਮੀ ਹੋ ਜਾਈਏ, ਪਰਮੇਸ਼ਵਰ ਦੇ ਨਾਮ ਦੇ ਅਭਿਆਸੀ ਹੋਣ ਤੋਂ ਬਿਨਾ ਸਾਡਾ ਜੀਵਨ ਅਧੂਰੇ ਦਾ ਅਧੂਰਾ ਹੀ ਹੈ। ਇਸੇ ਲਈ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਪੰਡਤ ਸ਼ਾਸਤਰ ਸਿਮਰਤ ਪੜਿਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੋਗੀ ਗੋਰਖ, ਗੋਰਖ ਜਿਹੜਾ ਉਹਨੇ ਜੋਗੀ ਬਣ ਕੇ ਪਰਮੇਸ਼ਵਰ ਦੇ ਨਾਮ ਨੂੰ ਬਾਹਰੋਂ ਧਿਆਉਣ ਦਾ ਯਤਨ ਕੀਤਾ। ਪਰ ਸਾਹਿਬ ਜੀ ਕਹਿੰਦੇ ਮੈਂ ਜੋਗੀ ਵੀ ਵੇਖੇ, ਮੈਂ ਪੰਡਤ ਵੀ ਵੇਖੇ, ਪਰ ਮੈਂ ਉਹਨਾਂ ਵਾਲਾ ਪਾਸਾ ਨਹੀਂ ਅਪਣਾਇਆ। ਮੈਂ ਮੂਰਖ ਹਰ ਹਰ ਜਪ ਪੜਿਆ। ਕਹਿੰਦੇ ਮੈਂ ਉਹ ਲੋਕੀ ਉਹਨਾਂ ਨੂੰ ਸਿਆਣਾ ਕਹੀ ਜਾਂਦੇ ਆ ਕਿ ਫਲਾਣਾ ਪੰਡਤ ਬੜਾ ਸਿਆਣਾ ਹੈ, ਫਲਾਣਾ ਜੋਤਿਸ਼ੀ ਬੜਾ ਸਿਆਣਾ ਹੈ, ਫਲਾਣਾ ਬੜਾ ਸਿਆਣਾ ਹੈ। ਬਸ ਉਹ ਸਿਆਣਿਆਂ ਦੇ ਚੱਕਰਾਂ 'ਚ ਹੀ ਪਏ ਹੋਏ ਨੇ। ਤੇ ਕਿ ਜਿਹੜਾ ਪਰਮੇਸ਼ਵਰ ਦਾ ਨਾਮ ਮੈਂ ਜਪਦਾ, ਲੋਕੀ ਕਹਿੰਦੇ ਇਹ ਤਾਂ ਮੂਰਖ ਹੈ। ਪਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਮੈਂ ਮੂਰਖ ਹਰ ਹਰ ਜਪ ਪੜਿਆ। ਮੈਂ ਤੇ ਹਰੀ ਦੇ ਨਾਮ ਨੂੰ ਜਪਣਾ, ਉਹਦੇ ਨਾਮ ਨੂੰ ਹੀ ਪੜ੍ਹਨਾ, ਉਹਦੇ ਨਾਮ ਦੀ ਹੋਈ ਕਮਾਈ ਕਰਨੀ ਹੈ, ਕਿਉਂਕਿ ਉਹਦੇ ਨਾਮ ਤੋਂ ਉੱਚਾ ਕੋਈ ਵੀ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੈ ਸਰਵ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਕਹਿੰਦੇ ਨੇ ਆਹ ਜਿਹੜੇ ਮੇਰੇ ਅੰਦਰ ਜਿਹੜਾ ਵਿਚਾਰ ਆ ਰਿਹਾ ਹੈ,
ਕਿ ਮੈਂ ਇਸ ਤਰ੍ਹਾਂ ਦਾ ਆਪਣਾ ਚੱਜ ਆਚਰਣ ਆਪਣਾ ਜੀਵਨ ਬਣਾ ਲਵਾਂ ਕਿ ਪੰਡਤ ਹੋ ਜਾ ਜਾਂ ਜੋਤਸ਼ੀ ਬਣ ਜਾਵਾਂ ਤੇ ਜਾਂ ਫਿਰ 4 ਵੇਦ ਹਰ ਵੇਲੇ ਮੁਖ ਤੋਂ ਜਿਹੜਾ ਉਹ ਮੈਂ ਬੋਲਦਾ ਰਵਾਂ, ਜਿਹਦੇ ਕਰਕੇ 9 ਖੰਡਾਂ ਵਿੱਚ ਜਾਣੀਆਂ, ਜਿਹਦੇ ਕਾਰਨ ਕਰਕੇ ਮੈਂ 9 ਖੰਡਾਂ ਦੇ ਵਿੱਚ ਪੂਰੀ ਧਰਤੀ ਪੂਰੇ ਸੰਸਾਰ ਵਿੱਚ ਜਾਣਿਆ ਜਾਵਾਂ। ਪਰ ਗੱਲ ਤੇ ਫਿਰ ਅਧੂਰੀ ਰਹਿ ਜਾਣੀ ਹੈ, ਕਿਉਂਕਿ ਜਿੰਨਾ ਚਿਰ ਅਸੀਂ ਨਾਮ ਦੇ ਅਭਿਆਸੀ ਨਹੀਂ ਬਣਾਂਗੇ ਸਾਡਾ ਕਾਰਜ ਅਧੂਰਾ ਹੀ ਰਹਿ ਜਾਏਗਾ। ਨਾਮ ਦਾ ਅਭਿਆਸ ਕਰਕੇ ਹੀ ਕਾਰਜ ਪੂਰਾ ਹੋਣਾ, ਜੇ ਕੱਲੇ ਧਰਮ ਦਾ ਪਹਿਰਾਵਾ ਪਾ ਕੇ ਗੱਲ ਨਹੀਂ ਬਣਨੀ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਜਿਹੜੇ ਆ ਉਹ ਪੂਰੇ ਹੋਏ ਨੇ। ਅਸੀਂ ਧਰਮੀ ਅੰਦਰੋਂ ਬਣਨਾ, ਸਿਰਫ ਬਾਹਰੋਂ ਬਣ ਕੇ ਨਹੀਂ ਵਿਖਾਉਣਾ। ਬਾਹਰੋਂ ਧਰਮ ਦੇ ਚਿੰਨ੍ਹ ਆਪਣੇ ਤਨ ਤੇ ਲਗਾਉਣੇ ਜ਼ਰੂਰ, ਸਜਾਉਣੇ ਜ਼ਰੂਰ ਨੇ, ਪਰ ਉਹ ਕਿਸ ਵਾਸਤੇ? ਇਹ ਦੱਸਣ ਵਾਸਤੇ ਕਿ ਮੈਂ ਇੱਕ ਅਕਾਲ ਪੁਰਖ ਨਾਲ ਜੁੜਿਆ ਹੋਇਆ। ਮੈਂ ਮੜੀਆਂ ਤੇ ਮਸਾਣਾ ਤੇ ਦੇਹਧਾਰੀਆਂ ਨਾਲ ਨਹੀਂ ਜੁੜਿਆ, ਮੈਂ ਇੱਕ ਅਕਾਲ ਪੁਰਖ ਦਾ ਪੁਜਾਰੀ ਹਾਂ, ਕਿਸੇ ਮੜੀਆਂ ਤੇ ਮਸਾਣਾ ਦਾ ਨਹੀਂ। ਇਹ 5 ਕਕਾਰ ਜਿਹੜੇ ਅਸੀਂ ਧਾਰਨ ਕੀਤੇ ਇਹ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਹੈ, ਇਹ ਦੁਨੀਆ ਨੂੰ ਦੱਸਣ ਵਾਸਤੇ ਨਹੀਂ ਕਿ ਮੈਂ 5 ਕਕਾਰ ਤਨ ਤੇ ਧਾਰਨ। ਇਹ ਸਾਡੇ ਸੁਹਾਗ ਦੀਆਂ ਨਿਸ਼ਾਨੀਆਂ ਨੇ, ਇਹ ਸਾਡੇ ਸ਼ੌਹ ਦੇ ਪ੍ਰੇਮ ਦੀਆਂ ਨਿਸ਼ਾਨੀਆਂ, ਇਹ ਸਤਿਗੁਰੂ ਦੇ ਪਿਆਰ ਦੀਆਂ ਭੇਟਾਂ ਨੇ ਜਿਹੜੀਆਂ ਅਸੀਂ ਆਪਣੇ ਤਨ ਤੇ ਸਜਾਈਆਂ ਹੋਈਆਂ। ਕਿਉਂਕਿ ਗੁਰੂ ਸਾਹਿਬ ਨੇ ਇਹ ਭੇਟਾਵਾਂ ਸਾਨੂੰ ਇੰਨਾ ਪਿਆਰ ਕਰਕੇ ਦਿੱਤੀਆਂ ਕਿ ਆਪਣਾ ਪਰਿਵਾਰ ਵੀ ਜਿਹੜਾ ਸੀ ਉਹ ਵਾਰ ਦਿੱਤਾ, ਆਪਣੇ ਪੁੱਤਰ ਵੀ ਵਾਰ ਦਿੱਤੇ ਸਾਡੇ ਤੋਂ। ਇਹ ਸਾਡੇ ਸਤਿਗੁਰੂ ਦੇ ਪ੍ਰੇਮ ਦੀਆਂ ਨਿਸ਼ਾਨੀਆਂ ਨੇ, ਅਸੀਂ ਕੋਈ ਲੋਕ ਵਿਖਾਵੇ ਵਾਸਤੇ ਨਹੀਂ ਪਹਿਨੀਆਂ ਹੋਈਆਂ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਖਿਆਲ ਹੈ, ਵਿਚਾਰ ਹੈ ਕਿ ਜੇ ਮੈਂ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਕੇ ਤੇ ਇਸ ਤਰ੍ਹਾਂ ਦਾ ਕਰਮ ਕਰਕੇ ਦੁਨੀਆ ਵਿੱਚ ਜਾਣਿਆ ਜਾਵਾਂ, ਪਰ ਗੱਲ ਤਾਂ ਫਿਰ ਅਧੂਰੀ ਰਹਿ ਜਾਣੀ ਹੈ। ਕਿਉਂਕਿ ਉਹਦੇ ਨਾਮ ਤੋਂ ਬਿਨਾ ਜੇ ਉਹਦੀ ਨਜ਼ਰ ਨਾ ਹੋਈ ਤਾਂ ਫਿਰ ਬਾਤ ਤਾਂ ਫਿਰ ਕਿਸੇ ਨੇ ਨਹੀਂ ਪੁੱਛਣੀ। ਇਸ ਲਈ ਗੁਰੂ ਸਾਹਿਬ ਜੀ ਨੇ ਇਹ ਖਿਆਲ ਪ੍ਰਗਟ ਕੀਤਾ ਇਸ ਪਾਵਨ ਸ਼ਲੋਕ ਦੇ ਦੁਆਰਾ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਗੁਰੂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਅਗਲਾ ਸ਼ਲੋਕ ਉਚਾਰਨ ਕੀਤਾ। ਇੱਕ ਪਾਪ ਦੀ ਗੱਲ ਕੀਤੀ ਹੈ। ਵੱਖ-ਵੱਖ ਧਰਮਾਂ ਦੇ ਵਿੱਚ ਪਾਪ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵੀ ਬਜਰ ਪਾਪ ਹੈ। ਜਦੋਂ ਕੋਈ ਕੁਰੈਤਾਂ ਕਰਦਾ ਨਾ ਤੇ ਉਹਦੇ ਵਿੱਚ ਬਜਰ ਪਾਪ ਜਦੋਂ ਹੋ ਜਾਏ ਤੇ ਫਿਰ ਉਹਨੂੰ ਕਿਹਾ ਜਾਂਦਾ ਵੀ ਤੂੰ ਬਹੁਤ ਵੱਡਾ ਪਾਪੀ ਹੈ। ਤੇ ਜੇ ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਧਿਆਉਂਦੇ, ਜੇ ਅਸੀਂ ਪਰਮੇਸ਼ਵਰ ਨੂੰ ਭੁਲਾ ਕੇ ਬੈਠੇ ਹਾਂ, ਇਹ ਸਾਰੇ ਦੇ ਸਾਰੇ ਦੋਸ਼ ਉਹਦੇ ਤੇ ਆ ਜਾਣੇ ਨੇ ਜਿਹੜਾ ਸਿਰਫ ਇੱਕ ਪਰਮੇਸ਼ਵਰ ਦਾ ਨਾਮ ਭੁਲਾ ਕੇ ਬੈਠਾ ਹੈ। ਉਹ ਕਵੇ ਜੀ ਮੈਂ ਤੇ ਕੋਈ ਪਾਪ ਨਹੀਂ ਕਰਦਾ, ਮੈਂ ਤੇ ਕਿਸੇ ਦੀ ਹੱਤਿਆ ਨਹੀਂ ਕਰਦਾ, ਮੈਂ ਤੇ ਕਦੀ ਕਿਸੇ ਦੇ ਗਲ ਤੇ ਛੁਰੀ ਨਹੀਂ ਚਲਾਉਂਦਾ, ਮੈਂ ਤੇ ਕਦੀ ਕਿਸੇ ਨਾਲ ਠੱਗੀ ਨਹੀਂ ਕਰਦਾ। ਕਹਿਣ ਲੱਗੇ ਇਹ ਜਿੰਨੇ ਵੀ ਦੋਸ਼, ਇਹ ਜਿੰਨੇ ਵੀ ਪਾਪ ਨੇ ਨਾ, ਇਹ ਸਾਰੇ ਉਹਨੂੰ ਲੱਗਦੇ ਨੇ ਜਿਹੜਾ ਨਾਮ ਨਹੀਂ ਜਪਦਾ। ਉਹ ਆਤਮਘਾਤੀ ਹੁੰਦਾ ਹੈ, ਉਹ ਆਪਣੀ ਆਤਮਾ ਦੀ ਹੱਤਿਆ ਕਰਨ ਵਾਲਾ ਵੀ ਉਹ ਆਪ ਹੁੰਦਾ ਹੈ। ਤੇ ਉਹ ਇੰਨੇ ਪਾਪ ਜਿਹੜੇ ਨੇ ਦੁਨੀਆ 'ਚ ਮੰਨੇ ਗਏ, ਉਹ ਸਾਰਿਆਂ ਦੇ ਪਾਪ ਦਾ ਦੋਸ਼ ਉਹਦੇ ਤੇ ਲੱਗਦਾ ਹੈ ਜਿਹੜਾ ਕੇਵਲ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਨਹੀਂ ਕਰਦਾ। ਕਹਿਣ ਲੱਗੇ ਸਨਾਤਨ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬ੍ਰਾਹਮਣ ਦੀ ਹੱਤਿਆ ਦਾ ਪਾਪ ਬਹੁਤ ਵੱਡਾ ਹੈ। ਜੇ ਕਿਸੇ ਬ੍ਰਾਹਮਣ ਦੀ ਹੱਤਿਆ ਕਰਦੇ ਹੋ ਨਾ ਤੇ ਕਹਿੰਦੇ ਉਹਦਾ ਪਾਪ ਬਹੁਤ ਵੱਡਾ ਲੱਗਦਾ ਹੈ। ਬ੍ਰਾਹਮਣ ਨੇ ਆਪਣੇ ਆਪ ਨੂੰ ਉੱਚਾ ਹੀ ਇੰਨਾ ਰੱਖਿਆ, ਉਹਨੇ ਕਿਉਂਕਿ 4 ਹਿੱਸਿਆਂ ਵਿੱਚ ਮਨੁੱਖ ਨੂੰ ਵੰਡ ਦਿੱਤਾ ਤੇ 4 ਹਿੱਸਿਆਂ ਵਿੱਚ ਵੰਡ ਕੇ ਉਹਨੇ ਆਪਣੇ ਆਪ ਨੂੰ ਸਭ ਤੋਂ ਉੱਚਾ ਰੱਖ ਲਿਆ ਤੇ ਆਪਣੀ ਸਿਕਿਉਰਿਟੀ ਵਾਸਤੇ ਉਹਨੇ ਖੱਤਰੀ ਨਾਲ ਰੱਖ ਲਏ। ਸ਼ੂਦਰ ਤੇ ਵੈਸ਼ ਨੂੰ ਉਹਨਾਂ ਨੇ ਠੁਕਰਾ ਦਿੱਤਾ ਵੀ ਤੁਸੀਂ ਸਾਡੇ ਨੇੜੇ ਨਹੀਂ ਆਉਣਾ, ਤੁਹਾਡੀ ਕੋਈ ਨਹੀਂ, ਇਸ ਔਕਾਤ ਤੁਹਾਡੀ ਕੋਈ ਵੀ ਨਹੀਂ ਹੈ। ਸਮਾਜ ਵਿੱਚ ਇਹ ਬਹੁਤ ਵੱਡਾ ਕੋੜ ਹੈ ਜਿਹੜਾ ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਆ ਨਾ, ਇੱਕ ਬਹੁਤ ਵੱਡਾ ਕੋੜ ਹੈ ਸਾਡੇ ਜੀਵਨ ਦੇ ਵਿੱਚ। ਔਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਮੰਨ ਕੇ ਵੀ ਜਾਤ ਪਾਤ ਚੋਂ ਨਹੀਂ ਨਿਕਲ ਪਾ ਰਹੇ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੀ ਜਾਤ ਪਾਤ ਚੋਂ ਨਹੀਂ ਨਿਕਲੇ ਤੇ ਫਿਰ ਹਜੇ ਤੱਕ ਇਹ ਕੋੜ ਦਾ ਰੋਗ ਦੂਰ ਨਹੀਂ ਹੋਇਆ। ਹਜੇ ਵੀ ਇਸ ਕੋੜ ਦੇ ਰੋਗ ਵਿੱਚ ਫਸੇ ਪਏ ਆ। ਗੁਰਬਾਣੀ ਤਾਂ ਸਾਨੂੰ ਰੋਗ ਤੋਂ ਰਹਿਤ ਹੋਣ ਲਈ ਦਵਾਈ ਦੇ ਰਹੀ ਹੈ। ਸਰਬ ਰੋਗ ਕਾ ਔਖਦ ਨਾਮ ਤਾਂ ਦਿੱਤਾ ਜਾ ਰਿਹਾ ਹੈ, ਪਰ ਉਹ ਅਸੀਂ ਨਾਮ ਜਿਹੜੀ ਸੀ ਉਹ ਦਵਾਈ ਲਈ ਨਹੀਂ। ਹਜੇ ਵੀ ਜਾਤ ਪਾਤ ਦੇ ਕੋੜ ਵਿੱਚ ਫਸੇ ਪਏ ਆ। ਹੁਣ 4 ਹਿੱਸਿਆਂ ਵਿੱਚ ਬ੍ਰਾਹਮਣ ਨੇ ਵੰਡ ਦਿੱਤਾ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਉਸ ਬ੍ਰਾਹਮਣ ਨੇ ਕਿਹਾ ਵੀ ਜੋ ਮੈਂ ਕਵਾਂਗਾ ਉਹੀ ਹੋਣਾ ਚਾਹੀਦਾ ਹੈ, ਜੋ ਮੈਂ ਮਰਿਆਦਾ ਬਣਾਵਾਂਗਾ ਉਹੀ ਕੁਝ ਹੋਣਾ ਚਾਹੀਦਾ ਹੈ, ਤੇ ਜੋ ਮੈਂ ਕਵਾਂ ਉਹੀ ਤੁਸੀਂ ਮੰਨਣਾ। ਤੇ ਜੇ ਕੋਈ ਵਿਰੋਧ ਕਰੇ ਫਿਰ ਉਹਨੇ ਖੱਤਰੀ ਸਿਕਿਉਰਿਟੀ ਲਈ ਆਪਣੇ ਨਾਲ ਰੱਖ ਲਿਆ ਵੀ ਖੱਤਰੀ ਦਾ ਕੰਮ ਹੈ ਜੂਝਣਾ, ਲੜਨਾ। ਇਹ ਹਰ ਵੇਲੇ ਲੜਦਾ ਰਹੇਗਾ। ਤੇ ਜਿਹੜੇ ਸ਼ੂਦਰ ਵੈਸ਼ ਨੇ ਉਹਨੇ ਕਿਹਾ ਤੁਸੀਂ ਨੇੜੇ ਹੀ ਕੋਈ ਨਹੀਂ ਆਉਣਾ ਧਰਮ, ਨਾ ਤੁਸੀਂ ਧਰਮ ਮੰਦਰ ਦੇ ਅੰਦਰ ਆਉਣਾ, ਤੇ ਨਾ ਹੀ ਤੁਸੀਂ ਸਾਡੇ ਚੌਂਕਾ ਸਵਾਰਨਾ ਉੱਥੇ ਆਉਣਾ, ਤੇ ਨਾ ਹੀ ਤੁਸੀਂ ਸਾਡੇ ਇਸ਼ਨਾਨ ਵਾਲੀ ਥਾਂ ਤੇ ਆਉਣਾ। ਤੁਹਾਡਾ ਤੇ ਪਰਛਾਵਾਂ ਵੀ ਨਹੀਂ ਬਹਿਣਾ ਚਾਹੀਦਾ। ਇੰਨੀ ਨਫ਼ਰਤ ਇਹਨੇ ਪੈਦਾ ਕਰ ਦਿੱਤੀ। 4 ਹਿੱਸਿਆਂ ਵਿੱਚ ਬੰਦੇ ਨੂੰ ਵੰਡ ਕੇ ਰੱਖ ਦਿੱਤਾ। ਹੁਣ ਕਹਿ ਰਹੇ ਨੇ ਕਿ ਉਸ ਧਰਮ ਦੇ ਮੁਤਾਬਕ, ਸਨਾਤਨ ਧਰਮ ਦੇ ਮੁਤਾਬਕ ਬ੍ਰਾਹਮਣ ਦੀ ਹੱਤਿਆ ਦਾ ਇੱਕ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਬ੍ਰਾਹਮਣ ਕੈਲੀ ਘਾਤ ਕੰਜਕਾਂ। ਕੈਲੀ ਦਾ ਅਰਥ ਕੀਤਾ ਗਿਆ ਕਿ ਕਪਲ ਗਾਂ, ਗਊ। ਗਊ ਦੀ ਹੱਤਿਆ ਦਾ ਵੀ ਬਹੁਤ ਵੱਡਾ ਪਾਪ ਲੱਗਦਾ ਹੈ। ਕੰਜਕਾਂ, ਕੰਜਕਾਂ ਦਾ ਅਰਥ ਹੁੰਦਾ ਵੀ ਛੋਟੀਆਂ ਛੋਟੀਆਂ ਧੀਆਂ, ਬੱਚੀਆਂ ਦੀ ਹੱਤਿਆ ਕਰਨੀ। ਇਹ ਵੀ ਬਹੁਤ ਵੱਡਾ ਇੱਕ ਪਾਪ ਹੈ। ਅਸੀਂ ਤੇ ਪਾਪ ਕਰਕੇ ਤੇ ਅਸੀਂ ਕਹਿੰਦੇ ਆ ਵੀ ਸਾਡੇ ਵਰਗਾ ਧਰਮੀ ਕੋਈ ਨਹੀਂ ਹੈ। ਕੁੱਖਾਂ ਦੇ ਵਿੱਚ ਹੀ ਅਸੀਂ ਧੀਆਂ ਮਾਰ ਦਿੰਦੇ ਆ। ਉਦਾਂ ਅਸੀਂ ਇੱਕ ਦਿਨ ਆਉਂਦਾ ਜਦੋਂ ਘਰ ਵਿੱਚ ਉਸ ਆਪਣੇ ਆਪਣੇ ਧਰਮ ਦੇ ਜਿਹੜੀ ਵਿਚਾਰ ਹੈ ਕਿ ਸਨਾਤਨ ਧਰਮ ਦੇ ਵਿੱਚ ਇੱਕ ਦਿਨ ਆਉਂਦਾ ਜਦੋਂ ਛੋਟੀ ਛੋਟੀ ਬੱਚੀਆਂ ਨੂੰ ਕੰਜਕਾਂ ਦੇ ਰੂਪ ਵਿੱਚ ਘਰ ਲੈ ਕੇ ਆਉਂਦੇ ਨੇ। ਉਹਨਾਂ ਦੇ ਪੈਰੀ ਵੀ ਹੱਥ ਲਾਉਂਦੇ, ਉਹਨਾਂ ਦੇ ਮੱਥਾ ਵੀ ਟੇਕਦੇ ਨੇ, ਤੇ ਉਸੇ ਧੀ ਨੂੰ ਕੁੱਖ ਵਿੱਚ ਮਾਰ ਵੀ ਦਿੰਦੇ ਨੇ। ਉਸੇ ਧੀ ਨੂੰ ਜਦੋਂ ਉਹ ਵਿਆਹ ਕੇ ਸਹੁਰੇ ਘਰ ਆਉਂਦੀ ਹੈ ਤੇ ਦਾਜ ਦੀ ਖਾਤਰ ਉਸੇ ਧੀ ਨੂੰ ਫਿਰ ਅੱਗ ਲਾ ਕੇ ਸਾੜ ਵੀ ਦਿੰਦੇ ਨੇ। ਉਸੇ ਹੀ ਧੀ ਨੂੰ ਮਾਰ ਕੁਟਾਈ ਕਰਕੇ ਉਹਨੂੰ ਬੇਘਰ ਵੀ ਕਰ ਦਿੰਦੇ ਨੇ। ਦਰ ਦਰ ਦੀਆਂ ਠੋਕਰਾਂ ਖਾਣ ਲਈ, ਸਾਰੀ ਉਮਰ ਰੋਣ ਲਈ ਛੱਡ ਦਿੰਦੇ ਨੇ। ਉਸੇ ਹੀ ਧੀ ਨੂੰ ਉਹਦੀ ਪੱਤ ਲੁੱਟ ਕੇ ਤੇ ਉਹਨੂੰ ਅੱਧ ਮਰਿਆ ਛੱਡ ਦਿੰਦੇ ਨੇ। ਉਹਦੀ ਉਹੀ ਪੱਤ ਲੁੱਟ ਕੇ ਉਹਨੂੰ ਫਿਰ ਸਾੜ, ਇੱਕ ਉਹਦੀ ਪੱਤ ਲੁੱਟ ਲਈ ਤੇ ਦੂਜਾ ਫਿਰ ਉਹਨੂੰ ਸਾੜ ਕੇ ਜਿਉਂਦਾ ਖਤਮ ਕਰ ਦਿੱਤਾ। ਇੱਕ ਪਾਸੇ ਘਰ ਅਸੀਂ ਕੰਜਕਾਂ ਬਿਠਾ ਕੇ ਉਹਨਾਂ ਨੂੰ ਮੱਥੇ ਟਿਕਾਉਂਦੇ ਆ, ਉਹਨਾਂ ਨੂੰ ਅਸੀਂ ਪੂਜਦੇ ਆ ਵੀ ਸਾਡੇ ਘਰ ਅੱਜ ਜਿਹੜੀ ਆ ਲక్ష్ਮੀ ਆਈ ਹੈ। ਤੇ ਜਦੋਂ ਉਹਦੀ ਪੱਤ ਲੁੱਟਦੇ ਉਦੋਂ ਕਿੱਥੇ ਗਈ ਲక్ష్ਮੀ? ਜਦੋਂ ਉਹਨੂੰ ਧੀ ਨੂੰ ਕੁੱਖ ਵਿੱਚ ਮਾਰ ਦਿੰਦੇ ਹੋ ਉਦੋਂ ਫਿਰ ਉਹ ਲక్ష్ਮੀ ਕਿੱਥੇ ਗਈ? ਜਦੋਂ ਉਹਨੂੰ ਤੁਸੀਂ ਜਨਮ ਦੇ ਕੇ ਕਿਸੇ ਕੂੜੇ ਵਿੱਚ ਸੁੱਟ ਦਿੰਦੇ ਹੋ, ਉੱਥੇ ਹੀ ਕੁੱਤੇ ਆ ਕੇ ਮੂੰਹ ਮਾਰਦੇ ਨੇ, ਉਦੋਂ ਤੁਹਾਡੀ ਕੰਜਕਾਂ ਕਿੱਥੇ ਗਈਆਂ? ਇਸ ਹਕੀਕਤ ਹੈ, ਕਿਸੇ ਨੂੰ ਚੋਟ ਨਹੀਂ ਪਹੁੰਚਾਈ ਜਾ ਰਹੀ। ਇਹ ਸੱਚ ਹੈ। ਜਦੋਂ ਸੱਚ ਆਪਾਂ ਬੋਲਦੇ ਹਾਂ ਚੋਟ ਤਾਂ ਲੱਗਦੀ ਹੈ। ਇਹ ਕੋੜ ਲੱਗਾ ਹੈ ਸਮਾਜ ਨੂੰ, ਸਾਰਿਆਂ ਦੀ ਗੱਲ ਹੋ ਰਹੀ ਹੈ, ਇੱਕ ਨੂੰ ਚੋਟ ਨਹੀਂ ਦਿੱਤੀ ਜਾ ਰਹੀ, ਸਾਰੇ ਸਮਾਜ ਦੀ ਗੱਲ ਹੋ ਰਹੀ ਹੈ ਕਿ ਕਿੱਡਾ ਵੱਡਾ ਕੋੜ ਲੱਗਾ ਹੋਇਆ ਹੈ ਸਮਾਜ ਨੂੰ ਕਿ ਧੀਆਂ ਨੂੰ ਕੁੱਖ 'ਚ ਮਾਰਦੇ ਹੋ, ਜਨਮ ਲੈ ਲਿਆ ਤਾਂ ਕੂੜੇ 'ਚ ਸੁੱਟਦੇ ਹੋ, ਜੇ ਜਵਾਨ ਹੋ ਕੇ ਵਿਆਹ ਕੇ ਸਹੁਰੇ ਘਰ ਚਲੀ ਗਈਆਂ ਤੇ ਦਾਜ ਦੀ ਖਾਤਰ ਸਾੜਦੇ ਹੋ। ਫਿਰ ਉਹਨੂੰ ਤਾਨੇ ਮੇਰੇ ਮਿਹਣੇ ਪੇਕਿਆਂ ਦੇ ਹਰ ਵੇਲੇ ਮਾਰਦੇ ਰਹੋ, ਉਹਨੂੰ ਤੰਗ ਕਰਦੇ ਰਹੋ, ਪਰੇਸ਼ਾਨ ਕਰਦੇ ਰਹੋ। ਕੀ ਉਹਦਾ ਕਸੂਰ ਹੈ ਕਿ ਇਹ ਧੀ ਦੇ ਰੂਪ ਵਿੱਚ ਜਨਮ ਲਿਆ? ਪੁਰਾਤਨ ਸਮੇਂ ਵਿੱਚ ਧੀਆਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ ਵੀ ਚੌਂਕਾ ਸਵਾਰੋ, ਬਸ ਕੋਈ ਪੜ੍ਹਨ ਦੀ ਲੋੜ ਨਹੀਂ ਤੁਹਾਨੂੰ। ਅਸੀਂ ਇੱਕ ਨੁਮਾਇਸ਼ ਦੀ ਤਰ੍ਹਾਂ ਹਰ ਵੇਲੇ ਉਹਨੂੰ ਪੇਸ਼ ਕੀਤਾ। ਉਹਦੀਆਂ ਮੰਡੀਆਂ ਤੱਕ ਅਸੀਂ ਲਾ ਕੇ ਉਹਨੂੰ ਵੇਚਿਆ ਵੀ। ਅਸੀਂ ਧੀਆਂ ਦੇ ਮੁੱਲ ਤੱਕ ਪਾ ਦਿੱਤੇ। ਮਾਫ ਕਰਨਾ, ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਧੀਆਂ ਦੇ ਵਿਆਹ ਕਰਦੇ ਹੋ ਤੇ ਸੌਦਾ ਨਾ ਕਰਿਆ ਕਰੋ। ਅਸੀਂ ਵਿਆਹ ਘੱਟ ਤੇ ਸੌਦੇ ਜ਼ਿਆਦਾ ਕਰਦੇ ਹਾਂ। ਮਾਫ ਕਰਨਾ, ਅਸੀਂ ਸੌਦਾ ਨਾ ਕਰੀਏ। ਜਿਨ੍ਹਾਂ ਨੂੰ ਤੁਸੀਂ ਕੰਜਕਾਂ ਦੇ ਰੂਪ ਵਿੱਚ ਘਰ ਲਿਆ ਕੇ ਮੱਥਾ ਟੇਕ ਰਹੇ ਹੋ, ਸਾਡੇ ਘਰ ਅੱਜ
ਦੇਵੀ ਆਈ ਹੈ ਸਾਡੇ ਘਰ, ਅੱਜ ਮਾਤਾ ਆਈ ਹੈ, ਲక్ష్ਮੀ ਆਈ ਹੈ, ਉਹ ਫਿਰ ਕਦੋਂ ਜਾਂਦੀ? ਜਦੋਂ ਉਹਦੇ ਸੌਦੇ ਕਰਦੇ ਆਪਾਂ, ਜਦੋਂ ਉਹਨੂੰ ਹੀ ਅਸੀਂ ਮਾਰ ਕੁਟਾਈ ਕਰਦੇ ਹਾਂ। ਬਹੁਤ ਐਸੀਆਂ ਧੀਆਂ ਨੇ, ਆ ਕਈਆਂ ਨੇ ਤੇ ਮੁੱਖ ਵੇਖੋ ਉਹਨਾਂ ਦੇ ਤੇਜ਼ਾਬ ਸੁੱਟ ਕੇ ਤੇ ਉਹਨਾਂ ਦਾ ਚਿਹਰਾ ਹੀ ਵਿਗਾੜ ਦਿੱਤਾ। ਕਈਆਂ ਦੀ ਹਾਲਤ ਇੰਨੀ ਮਾੜੀ ਕਰ ਦਿੱਤੀ ਹੈ ਵੀ ਉਹਨਾਂ ਦੇ ਤੇਜ਼ਾਬ ਸੁੱਟ, ਕੀ ਕਸੂਰ ਸੀ ਉਹਨਾਂ ਦਾ ਕਿ ਤੇਜ਼ਾਬ ਸੁੱਟ ਕੇ ਉਹਨਾਂ ਦਾ ਸਾਰੇ ਦਾ ਸਾਰੀ ਚਮੜੀ ਉਹਨਾਂ ਦੀ ਬਰਬਾਦ ਕਰਕੇ ਸਾਰੀ ਉਮਰ ਦਾ ਦੁੱਖ ਉਹਨਾਂ ਦੀ ਝੋਲੀ ਪਾ ਦਿੱਤਾ। ਇੱਕ ਪਾਸੇ ਅਸੀਂ ਕੰਜਕਾਂ ਬਿਠਾਉਂਦੇ ਆ। ਇਹ ਹਕੀਕਤ ਹੈ। ਇਸ ਕੋੜ ਵਿਦੇ ਰੋਗ ਤੋਂ ਛੁਟਕਾਰਾ ਪਾਉਣਾ ਤੇ ਉਸ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਕਮਾਓ, ਕਿਉਂਕਿ ਉਹ ਸਰਬ ਰੋਗ ਕਾ ਔਖਦ ਨਾਮ ਹੈ। ਉਹ ਤੇ ਕੋੜ ਦਾ ਰੋਗ ਵੀ ਦੂਰ ਹੋ ਜਾਏਗਾ। ਆ ਜਾਤ ਪਾਤ ਇਹ ਵੀ ਕੋੜ ਲੱਗਾ ਹੋਇਆ ਹੈ ਸਮਾਜ ਨੂੰ, ਅਮੀਰੀ ਗਰੀਬੀ ਇਹ ਵੀ ਕੋੜ ਲੱਗਾ ਹੋਇਆ। ਕਿੰਨੇ ਤਰ੍ਹਾਂ ਦੇ ਕੋੜ ਲੱਗੇ ਨੇ, ਕਿਹੜੀ ਕਿਹੜੀ ਗਿਣਤੀ ਕਰੀਏ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ, ਕਿਉਂਕਿ ਨਿਚੋੜ ਅੱਗੇ ਜਾ ਕੇ ਨਿਕਲਣਾ ਤੱਤ। ਹਜੇ ਸਿਰਫ ਗੱਲ ਨੂੰ ਅੱਧੀ ਗੱਲ ਸੁਣ ਕੇ ਐਵੇਂ ਜਿਹੜੇ ਨੇ ਉਹ ਕ੍ਰੋਧ ਵਿੱਚ ਜਾਂ ਸ਼ੰਕਾ ਵਿੱਚ ਨਾ ਆ ਜਾਇਓ। ਪੂਰੀ ਗੱਲ ਨੂੰ ਸਮਝ ਕੇ ਫਿਰ ਉਹਦਾ ਤੱਤ ਕੀ ਨਿਕਲਣਾ ਉਹ ਸਮਝਿਓ। ਸਾਹਿਬ ਜੀ ਕਹਿੰਦੇ ਮੰਨਿਆ ਜਾਂਦਾ ਹੈ ਕਿ ਬ੍ਰਾਹਮਣ ਦੀ ਹੱਤਿਆ ਦਾ ਬਹੁਤ ਵੱਡਾ ਪਾਪ ਲੱਗਦਾ ਹੈ। ਕਪਲ ਗਾਂ ਜਿਹੜੀ ਹੈ ਉਹਦੀ ਗਊ ਦੀ ਹੱਤਿਆ ਦਾ ਬਹੁਤ ਵੱਡਾ ਪਾਪ। ਇੱਥੇ ਵੀ ਫਿਰ ਗੁਲਾਸਾ ਕਰਨਾ ਪਏਗਾ। ਇੱਕ ਪਾਸੇ ਕਹਿੰਦੇ ਆ ਗਊ ਦੀ ਹੱਤਿਆ ਦਾ ਪਾਪ ਹੈ ਤੇ ਉਹੀ ਗਊਆਂ ਜਿਹੜੀਆਂ ਨੇ ਸੜਕ ਦੇ ਉੱਤੇ ਰੋਲਦੀਆਂ ਨੇ, ਤੇ ਜਦੋਂ ਕਿਤੇ ਸਾਨੂੰ ਦੇਰੀ ਹੁੰਦੀ ਹੋਵੇ ਤੇ ਗਊ ਕਿਤੇ ਰੋਡ ਤੇ ਆ ਕੇ ਵਿੱਚ ਖੜ ਜਾਏ, ਉੱਥੇ ਫਿਰ ਗਊ ਥੋੜੀ ਨਜ਼ਰ ਆਉਂਦੀ ਹੈ। ਉੱਥੇ ਫਿਰ ਉਹ ਥੋੜੀ ਸਾਨੂੰ ਆਉਂਦੀ ਹੈ ਗਊ ਮਾਤਾ, ਉੱਥੇ ਤੇ ਦੁਸ਼ਮਣ ਨਜ਼ਰ ਆਉਂਦੀ ਹੈ ਵੀ ਮੈਂ ਇਹਦੇ ਤੇ ਗੱਡੀ ਚਾੜ ਦਿਆਂ, ਇਹ ਮੇਰੇ ਰਾਹ 'ਚ ਕਿਵੇਂ ਆ ਗਈ। ਫਿਰ ਉਤਰ ਕੇ ਗੱਡੀ ਤੋਂ ਅਸੀਂ ਜੋ ਕਬੋਲ ਗੁੱਸੇ 'ਚ ਆ ਕੇ ਬੋਲਦੇ ਹਾਂ, ਲੱਤਾਂ ਤੱਕ ਮਾਰਦੇ ਹਾਂ। ਇੱਕ ਪਾਸੇ ਕਹਿੰਦੇ ਆ ਗਊ ਹੱਤਿਆ ਦਾ ਪਾਪ ਹੈ ਤੇ ਦੂਜੇ ਪਾਸੇ ਅਸੀਂ ਉਹਦੇ ਨਾਲ ਵਤੀਰਾ ਕਿਸ ਤਰ੍ਹਾਂ ਦਾ ਕਰ ਰਹੇ ਹਾਂ। ਦੂਜੇ ਤਰੀਕੇ ਨਾਲ ਵੇਖਿਆ ਜਾਏ, ਇੱਕ ਪਾਸੇ ਪੂਜ ਰਹੇ ਹਾਂ, ਦੂਜੇ ਪਾਸੇ ਦੁਰਕਾਰ ਰਹੇ ਹਾਂ। ਇੱਕ ਪਾਸੇ ਅਸੀਂ ਉਹਦੀ ਸੇਵਾ ਕਰ ਰਹੇ ਹਾਂ, ਦੂਜੇ ਪਾਸੇ ਉਹਨੂੰ ਹੀ ਲੱਤਾਂ ਮਾਰ ਰਹੇ ਹਾਂ। ਹਰ ਥਾਂ ਤੇ ਸਾਨੂੰ ਵੇਖਣਾ ਪਏਗਾ। ਸਾਹਿਬ ਜੀ ਕਹਿੰਦੇ ਇੱਕ ਬ੍ਰਾਹਮਣ ਦੀ ਹੱਤਿਆ ਦਾ ਮੰਨਿਆ ਜਾਂਦਾ ਵੀ ਬਹੁਤ ਵੱਡਾ ਪਾਪ ਲੱਗਦਾ ਹੈ। ਕੈਲੀ ਘਾਤ ਦਾ ਅਰਥ ਹੁੰਦਾ ਉਹਨੂੰ ਮਾਰਨਾ, ਤੇ ਜਿਹੜੀ ਗਊ ਹੈ ਇਹਨੂੰ ਮਾਰਨ ਦਾ ਵੀ ਇੱਕ ਬਹੁਤ ਵੱਡਾ ਪਾਪ ਹੈ। ਕੰਜਕਾਂ ਧੀਆਂ ਨੂੰ ਮਾਰਨਾ ਵੀ ਇੱਕ ਬਹੁਤ ਵੱਡਾ ਪਾਪ ਹੈ। ਧੀਆਂ ਨੂੰ ਮਾਰਨਾ ਵੀ ਪਾਪ ਹੈ ਤੇ ਕਿਸੇ ਧੀ ਭੈਣ ਦਾ ਪੈਸਾ ਖਾਣਾ ਵੀ ਬਹੁਤ ਵੱਡਾ ਪਾਪ ਹੈ। ਚਲੋ ਘਰ ਦੇ ਵਿੱਚ ਕਿਸੇ ਦੇ ਪੁੱਤਰ ਦੀ ਦਾਤ ਨਹੀਂ, ਉਹਨਾਂ ਨੇ ਆਪਣੀ ਧੀ ਨੂੰ ਹੀ ਪੁੱਤਰ ਬਣਾਇਆ। ਹੁਣ ਉਹ ਘਰ ਵਿੱਚ ਬਜ਼ੁਰਗ ਮਾਂ-ਬਾਪ ਨੇ, ਰੁਜ਼ਗਾਰ ਵਾਸਤੇ ਕੋਈ ਨਹੀਂ ਹੈ ਘਰ ਵਿੱਚ, ਚਲੋ ਉੱਥੇ ਤਾਂ ਧੀ ਨੇ ਪੁੱਤਰ ਦਾ ਫਰਜ਼ ਨਿਭਾਉਣਾ, ਆਪਣੇ ਮਾਂ-ਬਾਪ ਦੀ ਸੇਵਾ ਕਰਨੀ ਹੈ। ਉੱਥੇ ਤਾਂ ਉਹਨੇ ਮਿਹਨਤ ਕਰਕੇ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ ਹੈ। ਪਰ ਜਿੱਥੇ ਤੰਦਰੁਸਤ ਹੋਣ, ਘਰ ਵਿੱਚ ਹੱਥ ਪੈਰ ਚੱਲਦੇ ਹੋਣ, ਤੇ ਬੰਦਾ ਕਵੇ ਮੈਂ ਤੇ ਆਰਾਮ ਨਾਲ ਘਰ ਬਹਿਣਾ ਤੇ ਤੂੰ ਜਾ ਕੇ ਕਮਾ ਕੇ ਲੈ ਕੇ ਆ। ਧਿਆਨ ਰੱਖਿਓ ਦੋ ਪੱਖ। ਇੱਕ ਤਾਂ ਮਜਬੂਰੀ ਹੈ ਕਿ ਹੱਥ ਪੈਰ ਨਹੀਂ ਚੱਲਦੇ, ਮੰਜੇ ਤੇ ਪਏ ਹੋਏ ਆ, ਮਜਬੂਰੀ ਹੈ, ਨਹੀਂ ਕਮਾ ਸਕਦੇ, ਨਹੀਂ ਘਰ ਚਲਾ ਸਕਦੇ। ਉੱਥੇ ਫਿਰ ਧੀ ਨੇ ਪੁੱਤਰ ਦਾ ਰੋਲ ਅਦਾ ਕਰਨਾ ਹੈ। ਉੱਥੇ ਚਲੋ ਉਹ ਤੇ ਮੰਨਿਆ, ਪਰ ਅਸੀਂ ਬਿਨਾਂ ਮਤਲਬ ਤੋਂ ਹੀ ਧੀ ਭੈਣ ਦਾ ਪੈਸਾ ਖਾਈਏ। ਹੁਣ ਘਰ ਵਿੱਚ ਚੰਗੇ ਭਲੇ ਤੰਦਰੁਸਤ ਹੱਥ ਪੈਰ ਚੰਗੇ ਭਲੇ ਚੱਲਦੇ ਫਿਰਦੇ ਨੇ, ਪਰ ਫਿਰ ਵੀ ਅਸੀਂ ਕਹਿੰਦੇ ਆ ਵੀ ਤੇਰੀ ਕਮਾਈ ਖਾਣੀ, ਤਾਂ ਫਿਰ ਰਹਿਤਨਾਮਾ ਪੜਿਓ, ਤਨਖਾਹਨਾਮਾ ਪੜਿਓ। ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਵਿੱਚ ਜ਼ਿਕਰ ਕੀਤਾ, ਧੀ ਭੈਣ ਕਾ ਪੈਸਾ ਖਾਏ। ਕਹਿੰਦੇ ਕਹੇ ਗੋਬਿੰਦ ਸਿੰਘ ਜੰਮ ਧੱਕੇ ਖਾਏ। ਰਹਿਤਨਾਮਾ ਪੜ੍ਹ ਕੇ ਜਾਂ ਤਨਖਾਹਨਾਮਾ ਪੜਿਓ। ਤਨਖਾਹਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਧੀ ਭੈਣ ਕਾ ਪੈਸਾ ਖਾਏ, ਕਹੇ ਗੋਬਿੰਦ ਸਿੰਘ ਜੰਮ ਧੱਕੇ ਖਾਏ। ਜੰਮ ਦਾ ਅਰਥ ਹੈ ਦੁੱਖ। ਦੁੱਖਾਂ ਵਿੱਚ ਧੱਕੇ ਹੀ ਪੈਂਦੇ ਨੇ, ਧੱਕੇ ਹੀ ਖਾਂਦਾ ਸਾਰੀ ਉਮਰ, ਉਹਨੂੰ ਕਦੇ ਸੁੱਖ ਨਸੀਬ ਨਹੀਂ ਹੁੰਦਾ। ਪਰ ਜਿਹੜੇ ਘਰ ਵਿੱਚ ਮਜਬੂਰੀ ਹੈ, ਘਰ ਵਿੱਚ ਬਜ਼ੁਰਗ ਮਾਂ-ਬਾਪ ਨਹੀਂ ਕੁਝ
ਚੱਲ ਫਿਰ ਸਕਦੇ। ਜਿਨ੍ਹਾਂ ਦੇ ਘਰ ਵਿੱਚ ਪੁੱਤਰ ਨਹੀਂ ਹੈ ਉੱਥੇ ਧੀ ਨੇ ਰੋਲ ਅਦਾ ਕਰਨਾ। ਘਰ ਵਿੱਚ ਮੰਨ ਲਓ ਕਿਸੇ ਧੀ ਦਾ ਪਤੀ ਜਿਹੜਾ ਹੈ ਉਹ ਸਰੀਰਕ ਤਲ ਤੇ ਨਹੀਂ, ਕੋਈ ਬਿਮਾਰੀ ਲੱਗੀ ਹੈ ਜਾਂ ਹੱਥ ਪੈਰ ਨਹੀਂ ਚੱਲਦੇ, ਮੰਜੇ ਤੇ ਪਿਆ, ਉੱਥੇ ਤਾਂ ਉਹਨੇ ਮਿਹਨਤ ਕਰਕੇ ਘਰ ਪਾਲਣਾ ਹੀ ਪਾਲਣਾ ਹੈ। ਪਰ ਅਸੀਂ ਚੰਗੇ ਭਲੇ ਹੋ ਕੇ ਵੀ, ਤੰਦਰੁਸਤ ਹੋ ਕੇ ਵੀ ਫਿਰ ਵੀ ਧੀ ਭੈਣ ਦਾ ਪੈਸਾ ਠੱਗੀ ਨਾਲ, ਹੇਰਾ ਫੇਰੀ ਨਾਲ ਖਾਈਏ ਤਾਂ ਫਿਰ ਮਹਾਰਾਜ ਕਹਿੰਦੇ ਫਿਰ ਉਹ ਜਮਾਂ ਦੇ ਧੱਕੇ ਵੀ ਪੈਂਦੇ ਨੇ ਤੇ ਜਮਾਂ ਦੀ ਮਾਰ ਵੀ ਉਹਨੂੰ ਸਾਰੀ ਉਮਰ ਪੈਂਦੀ ਹੈ। ਤਨਖਾਹਨਾਮੇ ਵਿੱਚ ਲਿਖਿਆ। ਹੁਣ ਇੱਥੇ ਕਹਿ ਰਹੇ ਨੇ ਕਿ ਇੱਕ ਬ੍ਰਾਹਮਣ ਮੰਨਿਆ ਜਾਂਦਾ ਹੈ ਕਿ ਪਾਪ ਲੱਗਦਾ ਹੈ ਬ੍ਰਾਹਮਣ ਦੀ ਹੱਤਿਆ ਦਾ, ਗਊ ਦੀ ਹੱਤਿਆ ਦਾ, ਕੰਜਕਾਂ ਜਿਹੜੀਆਂ ਧੀਆਂ ਨੇ ਉਹਨਾਂ ਦੀ ਹੱਤਿਆ ਦਾ ਵੀ ਪਾਪ ਲੱਗਦਾ ਹੈ। ਅਣਚਾਰੀ ਕਾ ਧਾਨ, ਅਣਚਾਰੀ ਜਿਹਨੇ ਮਾੜੇ ਕਰਮ ਕੀਤੇ ਹੋਣ, ਜਿਹਨੇ ਪਾਪ ਕਰ ਕਰਕੇ ਧਨ ਇਕੱਠਾ ਕੀਤਾ ਹੋਵੇ, ਦੁਨੀਆ ਦੇ ਘਰਾਂ ਦੇ ਲੋਕਾਂ ਦੇ ਘਰਾਂ ਦੇ ਘਰ ਉਜਾੜ ਕੇ ਆਪਣਾ ਘਰ ਭਰਿਆ ਹੋਵੇ, ਤੁਸੀਂ ਉਹਦੇ ਘਰ ਦਾ ਧਾਨ ਖਾਓਗੇ, ਉੱਥੇ ਵੀ ਪਾਪ ਲੱਗਦਾ ਜੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਮਲਕ ਭਾਗੋ ਤੇਰੇ ਘਰ ਨਹੀਂ ਆਉਣਾ, ਅਸੀਂ ਇਹ ਪਾਪ ਆਪਣੇ ਸਿਰ ਨਹੀਂ ਲੈਣਾ। ਤੇਰੇ ਘਰ ਦੀ ਕਮਾਈ ਤਾਂ ਦੁਨੀਆ ਲੋਕਾਂ ਦੇ ਖੂਨ ਨਿਚੋੜ ਕੇ ਇਕੱਠੀ ਕੀਤੀ ਹੈ, ਪਰ ਮਾਫ ਕਰਨਾ ਉਹਦੇ ਵਿੱਚ ਮੈਂ ਵੀ ਆ ਜਾਣਾ। ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਾਹ ਦੱਸਿਆ ਸੀ ਅਸੀਂ ਕਿੱਥੇ ਅਪਣਾਇਆ। ਹੁਣ ਇੱਥੇ ਕਹਿਣ ਲੱਗੇ ਭਾਈ ਲਾਲੋ ਦੇ ਘਰ ਕੌਣ ਜਾ ਕੇ ਰਾਜੀ ਹੈ। ਕਿਸੇ ਗਰੀਬੜੇ ਜਿਹਨੇ ਮਿਹਨਤ ਕੀਤੀ ਸਾਰੀ ਦਿਹਾੜੀ, ਖੂਨ ਪਸੀਨਾ ਇੱਕ ਕੀਤਾ ਤੇ ਮਿਹਨਤ ਨਾਲ ਘਰ ਵਿੱਚ ਰੋਟੀ ਦੋ ਬਣਾਈ, ਤਿਆਰ ਕੀਤੀ, ਅਸੀਂ ਕਹਿੰਦੇ ਆ ਇਹ ਤਾਂ ਵਿਚਾਰਾ ਗਰੀਬ ਹੈ, ਇਹਨੇ ਕੀ ਖਵਾਉਣਾ ਸਾਨੂੰ। ਤੇ ਜਿਹਦੇ ਘਰ 36 ਪ੍ਰਕਾਰ ਦੇ ਪਦਾਰਥ ਮਿਲ ਜਾਣ, ਭਾਵੇਂ ਉਹ ਅਣਚਾਰੀ ਹੋਵੇ, ਮਾਫ ਕਰਨਾ, ਭਾਵੇਂ ਉਹ ਅਣਚਾਰੀ ਹੋਵੇ, ਭਾਵੇਂ ਉਹਦੇ ਘਰ ਦੇ ਵਿੱਚ ਨਿਤਨੇਮ ਨਾ ਹੋਵੇ, ਸਿਮਰਨ ਨਾ ਹੋਵੇ, ਬੰਦਗੀ ਨਾ ਹੋਵੇ, ਪਰ ਅਸੀਂ ਕਹਿੰਦੇ ਆ ਵੀ ਉੱਥੇ ਖਾਣ ਨੂੰ ਬੜਾ ਕੁਝ ਮਿਲਣਾ ਹੈ, ਬੜਾ ਕੁਝ ਉਹਨੂੰ ਉੱਥੇ ਖਾਣ ਨੂੰ ਮਿਲਦਾ ਹੈ। ਅਸੀਂ ਭੱਜੇ ਜਾਂਦੇ ਆ, ਦੌੜੇ ਜਾਂਦੇ ਆ ਤੇ ਫਿਰ ਅਸੀਂ ਗੁਰੂ ਨਾਨਕ ਸਾਹਿਬ ਦਾ ਤੋਂ ਮੁੱਖ ਮੋੜ ਕੇ ਹੀ ਜਾਂਦੇ ਆ। ਜਦੋਂ ਮਲਕ ਭਾਗੋ ਦੇ ਘਰ ਜਾਂਦੇ ਆ, ਮਲਕ ਭਾਗੋ ਦੇ ਘਰ ਜਾਣ ਲੱਗਿਆਂ ਸਮਝ ਲੈਣਾ ਅਸੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੋਂ ਮੁੱਖ ਮੋੜ ਕੇ ਚੱਲੇ ਆ। ਅਸੀਂ ਭਾਈ ਲਾਲੋ ਦਾ ਘਰ ਛੱਡ ਕੇ ਚੱਲੇ ਆ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਭਾਈ ਲਾਲੋ ਤੇਰੇ ਘਰ ਦੀ ਸੁੱਕੀ ਰੋਟੀ ਵੀ ਮੈਨੂੰ ਬੜੀ ਸਵਾਦ ਲੱਗਦੀ ਆ, ਪਰ ਮਲਕ ਭਾਗੋ ਦੇ ਮਾਲ ਪੂੜੇ ਨਹੀਂ ਮੈਂ ਖਾਣੇ। ਕਿਉਂ? ਕਿਉਂਕਿ ਇਹ ਅਣਚਾਰੀ ਕਾ ਧਾਨ ਹੈ। ਤੇ ਆਪਣੇ ਜੀ ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਬੇਨਤੀ ਕਰਦਾ ਕਿ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਅਮਰਦਾਸ ਜੀ, ਕਿ ਕਿਸੇ ਅਣਚਾਰੀ ਦੇ ਘਰ ਦਾ ਵੀ ਧਾਨ ਖਾਣ ਦਾ ਮਤਲਬ ਹੈ ਬਹੁਤ ਵੱਡਾ ਪਾਪ ਲੱਗਣਾ। ਇਹ ਮੰਨਿਆ ਜਾਂਦਾ ਹੈ। ਫਿਰ ਬੇਨਤੀ ਸਮਝ ਲੈਣਾ, ਸਤਿਗੁਰੂ ਪਾਤਸ਼ਾਹ ਕਹਿੰਦੇ ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਆ ਜਿਹੜਾ ਘਾਤ ਹੈ ਨਾ ਇਹ ਤਿੰਨਾਂ ਨਾਲ ਹੀ ਲੱਗਣਾ ਹੈ। ਬ੍ਰਾਹਮਣ ਨਾਲ ਵੀ ਲੱਗਣਾ ਹੈ ਘਾਤ, ਘਾਤ ਦਾ ਅਰਥ ਹੈ ਵੀ ਕਿਸੇ ਦੀ ਹੱਤਿਆ ਕਰਨੀ, ਔਰ ਜਿਹੜੀ ਗਊ ਹੈ ਉਹ ਵੀ, ਤੇ ਕੰਜਕਾਂ ਜਿਹੜੀਆਂ ਨੇ ਉਹ ਵੀ, ਤੇ ਚੌਥਾ ਹੈ ਅਣਚਾਰੀ ਕਾ ਧਾਨ। ਕਹਿੰਦੇ ਕਿਸੇ ਅਣਚਾਰੀ, ਜਿੱਥੇ ਪਰਮੇਸ਼ਵਰ ਦਾ ਨਾਮ ਨਹੀਂ, ਨਿਤਨੇਮ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਜਿੱਥੇ ਇਮਾਨਦਾਰੀ ਵਾਲੀ ਰੋਟੀ ਨਹੀਂ, ਬੇਈਮਾਨੀ ਵਾਲੀ ਹੈ, ਹੇਰਾ ਫੇਰੀ ਵਾਲੀ ਹੈ, ਠੱਗੀਆਂ ਵਾਲਾ ਪੈਸਾ ਹੈ, ਕਹਿੰਦੇ ਉਸ ਅਣਚਾਰੀ ਦੇ ਘਰ ਦਾ ਧਾਨ ਖਾਣਾ ਵੀ ਕਹਿੰਦੇ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ। ਫਿਟਕ ਫਿਟਕਾ ਕੋੜ ਬਦੀਆਂ, ਸਦਾ ਸਦਾ ਅਭਿਮਾਨ। ਕਹਿੰਦੇ ਨੇ ਉਹ ਸਦਾ ਸਦਾ ਅਭਿਮਾਨ, ਜਿਹਨੇ ਬ੍ਰਾਹਮਣ ਦੀ ਹੱਤਿਆ ਕੀਤੀ, ਉਹ ਕਹਿੰਦਾ ਉਹਦੇ ਵਿੱਚ ਬੜਾ ਵੱਡਾ ਅਭਿਮਾਨ ਹੁੰਦਾ ਹੈ, ਆਪਣੇ ਆਪ ਤੇ ਬੜਾ ਮਾਣ ਹੁੰਦਾ ਹੈ। ਉਹ ਸਦਾ ਅਭਿਮਾਨ ਦੇ ਵਿੱਚ ਹੀ ਰਹਿੰਦਾ ਹੈ। ਜਿਹੜਾ ਕਿਸੇ ਗਊ ਦੀ ਹੱਤਿਆ ਕਰਕੇ ਉਹਦੇ ਤੇ ਜ਼ੋਰ ਆਪਣਾ ਚਲਾਉਂਦਾ ਹੈ, ਕਹਿੰਦੇ ਉਹ ਵੀ ਆਪਣੇ ਆਪ ਨੂੰ ਅਭਿਮਾਨੀ ਸਮਝਦਾ ਹੈ। ਔਰ ਕਿਸੇ ਛੋਟੀ ਜਿਹੀ ਧੀ ਨੂੰ ਮਾਰਦੇ, ਉਹਦਾ ਗਲ ਘੋਟ ਦੇਵੇ, ਤਾਂ ਉਹ ਵੀ ਆਪਣੇ ਆਪ ਵਿੱਚ ਬੜਾ ਅਭਿਮਾਨੀ ਹੈ। ਇੱਥੇ ਇੱਕ ਜ਼ਿਕਰ ਕਰਾਂ, ਗੁਰੂ ਇਤਿਹਾਸ ਵਿੱਚੋਂ ਗੱਲ ਚੇਤੇ ਆ ਗਈ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ 'ਚ ਨਾ ਇੱਕ ਸੱਜਣ ਆਇਆ, ਤੇ ਜਦੋਂ ਆ ਕੇ ਨਾ ਮੱਥਾ ਟੇਕ ਕੇ ਬੈਠਣ ਲੱਗਾ, ਮਹਾਰਾਜ ਜੀ ਕਹਿੰਦੇ ਉੱਠ ਜਾ, ਬਾਹਰ ਹੋ ਜਾ, ਤੂੰ ਇਸ ਸੰਗਤ ਵਿੱਚ ਬੈਠਣ ਦੇ ਯੋਗ ਨਹੀਂ ਹੈ, ਤੂੰ ਇਸ ਸੰਗਤ ਵਿੱਚ ਬੈਠਣ ਦੇ ਲਾਇਕ ਨਹੀਂ ਹੈ। ਹੁਣ ਕਿਸੇ ਨੂੰ ਤੁਸੀਂ ਇੰਨੀ ਗੱਲ ਕਹੋ, ਬੜੀ ਵੱਡੀ ਚੋਟ ਲੱਗ ਜਾਏਗੀ।
ਕਿ ਮੈਂ ਗੁਰੂ ਚਰਨਾਂ ਵਿੱਚ ਗੁਰੂ ਦੀ ਸੰਗਤ ਵਿੱਚ ਬੈਠਣ ਦੇ ਲਾਇਕ ਨਹੀਂ ਆ? ਮੈਂ ਐਸਾ ਕਿਹੜਾ ਕਰਮ ਕਰ ਦਿੱਤਾ? ਕਹਿਣ ਲੱਗਾ ਸਤਿਗੁਰੂ ਇਹ ਨਾ ਕਹੋ ਤੁਸੀਂ ਮੈਨੂੰ। ਕਹਿੰਦੇ ਕਰਕੇ ਕੀ ਆਇਆ? ਕਹਿੰਦੇ ਸਤਿਗੁਰੂ ਕੀ? ਕਹਿੰਦੇ ਤੂੰ ਤਾਂ ਧੀਆਂ ਨੂੰ ਦਾ ਗਲ ਘੋਟ ਕੇ ਧੀਆਂ ਨੂੰ ਮਾਰ ਕੇ ਆਇਆ। ਤੇਰੇ ਘਰ ਵਿੱਚ ਧੀ ਹੁੰਦੀ ਸੀ, ਤੂੰ ਜਨਮ ਦੇਣ ਵਾਲੀ ਧੀ ਨੂੰ ਮਾਰ ਦਿੰਦਾ ਸੀ। ਕਹਿੰਦੇ ਉੱਠ ਜਾ, ਸੰਗਤ ਦੇ ਵਿੱਚ ਬੈਠਣ ਦੇ ਲਾਇਕ ਨਹੀਂ ਹੈ ਤੂੰ। ਤੇ ਆਪਾਂ ਝਾਤੀ ਮਾਰੀਏ, ਅਸੀਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਮਾਫ ਕਰਨਾ, ਜਿਹੜੇ ਅਣਚਾਰੀ ਨੇ, ਜਿਹੜੇ ਧੀਆਂ ਦਾ ਗਲ ਘੋਟਣ ਵਾਲੇ ਜਾਂ ਦਾਜ ਪਿੱਛੇ ਧੀਆਂ ਨੂੰ ਸਾੜਨ ਵਾਲੇ ਜਾਂ ਉਹਨਾਂ ਨੂੰ ਘਰੋਂ ਬੇਘਰ ਕਰਨ ਵਾਲੇ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆਉਂਦੇ ਹੋ ਤੇ ਕੀ ਗੁਰੂ ਸਾਹਿਬ ਕਹਿੰਦੇ ਨੇ ਆ ਤੈਨੂੰ ਮੈਂ ਗਲ ਨਾਲ ਲਾਵਾਂ, ਆ ਤੂੰ ਮੇਰੀ ਸੰਗਤ ਵਿੱਚ ਬੈਠ? ਨਹੀਂ, ਸਤਿਗੁਰੂ ਕਹਿੰਦੇ ਹੋਣਗੇ ਤੂੰ ਤਾਂ ਮੇਰੀ ਸੰਗਤ ਵਿੱਚ ਬੈਠਣ ਦੇ ਲਾਇਕ ਹੀ ਨਹੀਂ ਹੈ। ਤੂੰ ਤਾਂ ਧੀਆਂ ਦਾ ਕਤਲ ਕਰਕੇ ਆਇਆ। ਤੂੰ ਤਾਂ ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਤੇ ਆਨ ਲਟਾਵੇ ਵਾਲੀ ਰੂਪ ਰੇਖਾ ਬਣਾ ਕੇ ਆਇਆ। ਇਹ ਸੰਗਤ ਵਿੱਚ ਬੈਠਣ ਲਈ ਪਹਿਲਾਂ ਉਹਨਾਂ ਦੇ ਯੋਗ ਬਣ, ਆਪਣਾ ਜੀਵਨ ਬਣਾ। ਪਹਿਲਾਂ ਅਰਦਾਸ ਕਰ कि वाहिगुरु जी माधो हम ऐसे तू ऐसा, हम पापी तुम पाप खंडन नीको। ठाकुर देसा मैं बहुत वड्डा पापी हाँ ते तुसी इस पापी ते अपनी दया कर दियो, अपनी किरपा कर दियो। हुण गुरु अमरदास पातशाह जी कह रहे ने, कहंदे ने फिटक फिटका कोड़ बदियां। कोड़ ਜੇ ਡਾੜੇ ਨੂੰ ਔਂਕੜ ਨਾ ਲੱਗੀ ਹੁੰਦੀ ਫਿਰ ਕਰੋੜਾਂ ਵਿੱਚ ਆ ਜਾਣਾ ਸੀ, ਪਰ ਔਂਕੜ ਲੱਗਣ ਕਰਕੇ ਇਹਦਾ ਅਰਥ ਬਣ ਗਿਆ ਕੋੜ ਦਾ ਰੋਗ ਵਧਿਆ ਹੋਇਆ। ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਨੇ, ਲੋਕ ਕਹਿੰਦੇ ਇਹ ਕੋੜੀ ਹੈ, ਇਹਦੇ ਅੰਦਰ ਕਹਿੰਦੇ ਕੋੜ ਦਾ ਰੋਗ ਲੱਗਾ, ਇਹਨੇ ਧੀ ਦਾ ਕਤਲ ਕਰ ਦਿੱਤਾ, ਇਹਨੇ ਉਹ ਕੰਜਕਾਂ ਦੇ ਰੂਪ ਵਿੱਚ ਧੀਆਂ ਮਾਰ ਦਿੱਤੀਆਂ, ਇਹਨੇ ਗਊ ਦੀ ਹੱਤਿਆ ਕੀਤੀ, ਇਹਨੇ ਬ੍ਰਾਹਮਣ ਦੀ ਹੱਤਿਆ ਕੀਤੀ। ਲੋਕ ਕਹਿੰਦੇ ਨੇ, ਸਮਾਜ ਕਹਿੰਦਾ ਹੈ ਕਿ ਇਹ ਬਹੁਤ ਵੱਡਾ ਕੋੜੀ ਹੈ, ਇਹਦੇ ਕੋੜ ਵਧਿਆ ਹੋਇਆ। ਫਿਟਕ ਫਿਟਕਾਂ, ਇਹਨੂੰ ਫਿਟਕ ਨਫਿਟਕ ਦਾ ਅਰਥ ਹੁੰਦਾ ਫਿਟਕਾਰ, ਤੇ ਫਿਟਕਾਂ ਦਾ ਅਰਥ ਹੁੰਦਾ ਫਿਟਕਾਰਾਂ। ਕਹਿੰਦੇ ਇਹਨੂੰ ਤਾਂ ਹਰ ਵੇਲੇ ਲਾਹਨਤਾਂ ਪੈਣੀਆਂ ਚਾਹੀਦੀਆਂ, ਫਿਟਕਾਰਾਂ ਪੈਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਬਹੁਤ ਵੱਡਾ ਕੋੜੀ ਹੈ, ਇਹਦੇ ਅੰਦਰ ਬਹੁਤ ਵੱਡਾ ਕੋੜ ਹੈ, ਜਿਹਦਾ ਸਦਾ ਅਭਿਮਾਨ ਨਾਲ ਹੀ ਭਰਿਆ ਰਹਿੰਦਾ ਹੈ। ਹਰ ਵੇਲੇ ਆਪਣੇ ਤੇ ਕਿਸੇ ਦਾ ਕਤਲ ਕਰਕੇ ਮਾਣਪ ਕਰਦਾ ਵੀ ਮੈਂ ਬਹੁਤ ਵੱਡਾ ਕੰਮ ਕੀਤਾ, ਕਿਸੇ ਧੀ ਦੀ ਹੱਤਿਆ ਕਰਕੇ ਕਹਿੰਦਾ ਮੈਂ ਬਹੁਤ ਵੱਡਾ ਕੰਮ ਕੀਤਾ, ਕਿਸੇ ਧੀ ਭੈਣ ਦਾ ਪੈਸਾ ਹੀਰਾ ਫੇਰੀ ਠੱਗੀ ਨਾਲ ਖਾ ਕੇ ਕਹਿੰਦਾ ਮੈਂ ਬਹੁਤ ਵੱਡਾ ਕੰਮ ਕੀਤਾ। ਕਹਿੰਦੇ ਦੁਨੀਆ 'ਚ ਬੁਰਾਈਆਂ ਵਿਕਾਰ ਫੈਲਾ ਕੇ ਕਹਿੰਦਾ ਮੈਂ ਬਹੁਤ ਵੱਡਾ ਕੰਮ ਨਹੀਂ। ਸਮਾਜ ਉਹਨੂੰ ਕਹਿੰਦਾ ਵੀ ਇਹ ਸਮਾਜ ਦਾ ਕੋੜ ਹੈ, ਔਰ ਇਹਨੂੰ ਫਿਟਕਾਰਾਂ ਹਰ ਵੇਲੇ ਇਹਦੇ ਲਾਹਨਤਾਂ ਫਿਟਕਾਰਾਂ ਪੈਂਦੀਆਂ ਰਹਿਣੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਕਹਿੰਦੇ ਇਹ ਮੰਨਿਆ ਜਾਂਦਾ ਹੈ। ਇਹ ਤੇ ਗੱਲ ਹਜੇ ਸਮਾਜ ਦੀ ਹੋ ਰਹੀ ਹੈ, ਹਜੇ ਗੁਰੂ ਸਾਹਿਬ ਨੇ ਗੁਰਮਤ ਦੀ ਗੱਲ ਨਹੀਂ ਕੀਤੀ, ਹਜੇ ਤੇ ਸਮਾਜ ਦੀ ਗੱਲ ਕੀਤੀ ਹੈ। ਸਾਹਿਬ ਜੀ ਕਹਿੰਦੇ ਨੇ ਫਿਟਕ ਫਿਟਕਾਂ ਕੋੜ ਵਧੀਆ, ਸਦਾ ਸਦਾ ਅਭਿਮਾਨ। ਸਮਾਜ ਉਹਨਾਂ ਨੂੰ ਕਹਿੰਦਾ ਵੀ ਇਹ ਬਹੁਤ ਵੱਡਾ ਅਭਿਮਾਨੀ ਹੈ, ਸਮਾਜ ਉਹਨਾਂ ਨੂੰ ਕਹਿੰਦਾ ਵੀ ਇਹ ਕੋੜ, ਇਹਦੇ ਅੰਦਰ ਕੋੜ ਦਾ ਰੋਗ ਹੈ। ਸਮਾਜ ਕਹਿੰਦਾ ਵੀ ਇਹਨੂੰ ਫਿਟਕਾਰਾਂ ਪੈਣੀਆਂ ਚਾਹੀਦੀਆਂ ਨੇ। ਕਿਹਨਾਂ ਨੂੰ? ਜਿਹੜੇ ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਨ। ਸਮਾਜ ਇਹਨਾਂ ਨੂੰ ਕੋੜ ਦੇ ਰੋਗ ਨਾਲ ਭਰਿਆ ਹੋਇਆ ਮੰਨ ਕੇ ਉਹਨਾਂ ਨੂੰ ਫਿਟਕਾਰਾਂ ਪਾਉਂਦਾ ਹੈ। ਪਾਹੇ ਇਤੇ ਜਾਹੇ ਵਿਸਰ, ਨਾਨਕਾ ਇੱਕ ਨਾਮ। ਇੱਥੇ ਫਿਰ ਗੁਰੂ ਸਾਹਿਬ ਨੇ ਗੁਰਮਤ ਦੀ ਗੱਲ ਕੀਤੀ। ਮਹਾਰਾਜ ਜੀ ਕਹਿੰਦੇ ਇਹ ਜਿੰਨੇ ਵੀ ਦੋਸ਼ ਨੇ ਨਾ, ਇਹ ਜਿੰਨੇ ਵੀ ਪਾਪ ਤੁਹਾਨੂੰ ਗਿਣਾਏ ਗਏ ਨੇ, ਸਾਹਿਬ ਜੀ ਕਹਿੰਦੇ ਪਾਹੇ ਏਤੇ, ਇਹ ਸਾਰੇ ਦੇ ਸਾਰੇ ਤੁਸੀਂ ਭਾਵੇਂ ਕਿਸੇ ਧੀ ਦੀ ਹੱਤਿਆ ਨਹੀਂ ਕੀਤੀ, ਭਾਵੇਂ ਤੁਸੀਂ ਕਿਸੇ ਗਊ ਦੀ ਹੱਤਿਆ ਨਹੀਂ ਕੀਤੀ, ਭਾਵੇਂ ਤੁਸੀਂ ਕਿਸੇ ਬ੍ਰਾਹਮਣ ਦੀ ਹੱਤਿਆ ਨਹੀਂ ਕੀਤੀ, ਭਾਵੇਂ ਤੁਸੀਂ ਕਿਸੇ ਅਣਚਾਰੀ ਦੇ ਘਰ ਦਾ ਧਾਨ ਨਹੀਂ ਖਾਧਾ, ਪਰ ਇਹ ਸਾਰੇ ਦੇ ਸਾਰੇ ਦੋਸ਼ ਤੁਹਾਡੇ ਤੇ ਪੈ ਸਕਦੇ ਨੇ। ਇਹ ਸਾਰੇ ਦੇ ਸਾਰੇ ਇਲਜ਼ਾਮ ਤੁਹਾਡੇ ਤੇ ਲੱਗ ਸਕਦੇ ਨੇ। ਤੁਹਾਡਾ ਜੀਵਨ ਤ੍ਰਿਕਾਰਯੋਗ, ਫਿਟਕਾਰਯੋਗ, ਕੋੜ ਦੇ ਰੋਗ ਨਾਲ ਭਰਿਆ ਹੋ ਸਕਦਾ ਹੈ ਜੇ ਤੁਸੀਂ ਇੱਕ ਕੰਮ ਨਾ ਕੀਤਾ ਤਾਂ। ਇਹ ਸਾਰੇ ਕੰਮ ਭਾਵੇਂ ਨਾ ਕੀਤੇ ਹੋਣ ਤੁਸੀਂ,
ਤੁਸੀਂ ਕਿਸੇ ਦੀ ਹੱਤਿਆ ਨਾ ਕੀਤੀ ਹੋਵੇ, ਕਿਸੇ ਦੇ ਗਲ ਛੁਰੀ ਨਾ ਚਲਾਈ ਹੋਵੇ, ਤੁਸੀਂ ਕੋਈ ਪਾਪ ਜਿਹੜਾ ਆਪਣੇ ਵੱਲੋਂ ਨਾ ਕੀਤਾ ਹੋਵੇ, ਪਰ ਜੇ ਇੱਕ ਦਾਤਾਰ ਨੂੰ ਵਿਸਾਰ ਦਿੱਤਾ ਨਾ, ਜੇ ਇੱਕ ਦਾਤੇ ਨੂੰ ਭੁਲਾ ਦਿੱਤਾ, ਜੇ ਇੱਕ ਰੱਬ ਨੂੰ ਭੁਲਾ ਦਿੱਤਾ, ਜੇ ਪਰਮਾਤਮਾ ਨੂੰ ਤੁਸੀਂ ਵਿਸਾਰ ਦਿੱਤਾ, ਤਾਂ ਫਿਰ ਗੁਰੂ ਸਾਹਿਬ ਕਹਿੰਦੇ ਚੇਤੇ ਰੱਖਿਓ ਪਾਹੇ ਏਤੇ। ਏਤੇ ਦਾ ਮਤਲਬ ਆ ਜਿੰਨੇ ਵੀ ਦੋਸ਼ ਤੁਹਾਨੂੰ ਗਿਣਾਏ ਗਏ ਨੇ ਨਾ, ਪਾਹੇ, ਇਹ ਸਾਰੇ ਦੇ ਸਾਰੇ ਤੁਹਾਡੇ ਵਿੱਚ ਪਾਏ ਜਾਣਗੇ। ਜਾਹੇ ਵਿਸਰ ਨਾਨਕਾ ਇੱਕ ਨਾਮ, ਜਿਨ੍ਹਾਂ ਨੂੰ ਇੱਕ ਪਰਮੇਸ਼ਵਰ ਦਾ ਨਾਮ ਵਿਸਰ ਗਿਆ। ਅਸੀਂ ਜਿੰਨੇ ਮਰਜ਼ੀ ਚੰਗੇ ਹੋਈਏ, ਜਿੰਨਾ ਮਰਜ਼ੀ ਅਸੀਂ ਦੁਨੀਆ ਦਾ ਭਲਾ ਕਰਦੇ ਹੋਈਏ, ਪਰ ਜੇ ਨਿਤਨੇਮੀ ਨਹੀਂ ਨਾ ਅਸੀਂ, ਜੇ ਸੱਚੇ ਨਾਮ ਦਾ ਅਭਿਆਸ ਨਹੀਂ ਸਾਡੇ ਕੋਲ, ਜੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਹੈ ਸਾਡੇ ਕੋਲ, ਇੱਕ ਨੂੰ ਵਿਸਾਰ ਕੇ ਅਸੀਂ ਸੰਸਾਰ ਨਾਲ ਜੁੜੇ ਹੋਏ ਹਾਂ, ਤਾਂ ਮਹਾਰਾਜ ਕਹਿੰਦੇ ਇਹ ਸਾਰੀਆਂ ਫਿਟਕਾਰਾਂ ਤੈਨੂੰ ਵੀ ਪੈਣਗੀਆਂ ਬੰਦਿਆ, ਔਰ ਇਹ ਕੋੜ ਵਾਲਾ ਰੋਗ ਤੇਰੇ ਵਿੱਚ ਵੀ ਪਾਇਆ ਜਾਏਗਾ ਜੇ ਤੂੰ ਇੱਕ ਪਰਮਾਤਮਾ ਨੂੰ ਵਿਸਾਰ ਕੇ ਆਪਣਾ ਜੀਵਨ ਜਿਹੜਾ ਉਹ ਤੂੰ ਜਿਉ ਰਿਹਾ ਹੈ। ਦੇਖੋ, ਗੁਰੂ ਦੇ ਦਰ ਤੇ ਆਉਣ ਲਈ ਸੰਗਤ ਨੂੰ ਪ੍ਰੇਰਿਆ ਜਾਂਦਾ ਵੀ ਆਓ ਆਵੋ ਗੁਰੂ ਕੇ ਪਿਆਰਿਓ, ਆ ਕੇ ਸੰਗਤ ਕਰੋ, ਸੰਗਤ ਵਿੱਚ ਬੈਠ ਕੇ ਰੱਬੀ ਗੁਣ ਗਾਓ, ਰੱਬੀ ਗੁਣਾਂ ਦਾ ਖਜ਼ਾਨਾ ਇਕੱਠਾ ਕਰੋ। ਇਹਦੇ ਵਿੱਚ ਸਤਿਗੁਰੂ ਨੂੰ ਕੋਈ ਲਾਲਚ ਨਹੀਂ, ਤਮਾ ਨਹੀਂ। ਸਤਿਗੁਰੂ ਜੀ ਸਾਡੇ ਲਾਭ ਵਾਸਤੇ ਕਹਿ ਰਹੇ ਨੇ, ਇਹਦੇ ਵਿੱਚ ਕਿਸੇ ਦਾ ਲੋਭ, ਕਿਸੇ ਦਾ ਲਾਲਚ ਨਹੀਂ। ਅਸੀਂ ਆਉਣਾ ਤੇ ਆਪਣੇ ਲਾਭ ਵਾਸਤੇ ਆਉਣਾ, ਆਪਣੇ ਫਾਇਦੇ ਵਾਸਤੇ। ਤੇ ਮਹਾਰਾਜ ਕਹਿੰਦੇ ਤੇਰੇ ਲਾਭ ਤੇਰੇ ਵਾਸਤੇ ਕਹਿ ਰਹੇ ਆ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇ ਜੇ ਤੂੰ ਕਹੇ ਵੀ ਮੇਰਾ ਮਨ ਸਾਫ਼ ਹੈ, ਮੈਂ ਤੇ ਬੁਰਾ ਕੰਮ ਕਰਦਾ ਕੋਈ ਨਹੀਂ, ਮੈਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਮੈਂ ਤੇ ਕਿਸੇ ਦਾ ਨੁਕਸਾਨ ਨਹੀਂ ਕਰਦਾ, ਮੈਨੂੰ ਕੀ ਸੰਗਤ ਦੀ ਲੋੜ ਹੈ, ਮੈਨੂੰ ਕੀ ਪਰਮੇਸ਼ਵਰ ਦੇ ਨਾਮ ਦੇ ਜਪਣ ਦੀ ਲੋੜ ਹੈ, ਮੈਨੂੰ ਸਿਮਰਨ ਭਜਨ ਬੰਦਗੀ ਕਰਨ ਦੀ ਕੀ ਲੋੜ ਹੈ। ਤੇ ਮਹਾਰਾਜ ਕਹਿੰਦੇ ਨਹੀਂ, ਧਿਆਨ ਰੱਖੀ, ਤੂੰ ਲੱਖ ਚੰਗਾ ਹੋਵੇਂ ਸਮਾਜ ਵਿੱਚ, ਤੂੰ ਲੱਖ ਚੰਗਾ ਹੋਵੇਂ ਦੁਨੀਆ ਦੀ ਨਜ਼ਰ ਵਿੱਚ, ਪਰ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੇ ਵਾਸ। ਤੂੰ ਦੁਨੀਆ ਦੀ ਨਜ਼ਰ ਵਿੱਚ ਲੱਖ ਚੰਗਾ ਹੋਵੇਂ, ਪਰ ਜੇ ਤੂੰ ਸੰਗਤ ਵਿੱਚ ਆ ਕੇ ਨਾਮ ਦਾ ਅਭਿਆਸ ਨਾ ਕੀਤਾ, ਤੇ ਮਹਾਰਾਜ ਕਹਿੰਦੇ ਤੇਰਾ ਜਿਉਣਾ ਤਰਕਾਰ ਹੈ, ਤੇਰੇ ਜੀਵਨ ਨੂੰ ਫਿਟਕਾਰਾਂ ਨੇ। ਇਸ ਲਈ ਸਾਹਿਬ ਜੀ ਕਹਿੰਦੇ ਇਹ ਸਾਰੇ ਦੇ ਸਾਰੇ ਦੋਸ਼, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਮੈਨੂੰ ਇਹ ਗੱਲ ਸਮਝ ਆਈ ਹੈ ਕਿ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਜਿਹਨੂੰ ਇੱਕ ਨਾਮ ਵਿਸਰ ਗਿਆ ਦਾਤਾਰ ਦਾ, ਇਹ ਸਾਰੇ ਦੋਸ਼ ਪਾਪ ਉਹਦੇ ਜੀਵਨ ਵਿੱਚ ਪਾਏ ਜਾਂਦੇ ਨੇ, ਜਾਂ ਉਹਦੇ ਜੀਵਨ ਨੂੰ ਇਹ ਸਾਰੇ ਦੋਸ਼ ਲੱਗ ਜਾਣਗੇ। ਸਭ ਬੁੱਧੀ ਜਾਲੀ ਹੈ, ਇਕ ਰਹਿ ਤਤ ਗਿਆਨ। ਆਪਣੀ ਸਾਰੀ ਸਿਆਣਪ, ਆਪਣੀ ਸਾਰੀ ਮਤ, ਇਹ ਸਭ ਕੁਝ ਜਾਲ ਦਿਓ, ਸਾੜ ਦਿਓ, ਕਿਉਂਕਿ ਤੁਹਾਡੀਆਂ ਸਿਆਣਪਾਂ ਕੰਮ ਨਹੀਂ ਆਉਣੀਆਂ, ਸਾਡੀਆਂ ਚਤਰਾਈਆਂ ਤੇ ਸਾਡੀਆਂ ਚਲਾਕੀਆਂ ਕੰਮ ਨਹੀਂ ਆਉਣੀਆਂ। ਕੰਮ ਆਉਣਾ ਤੇ ਤਤ ਗਿਆਨ ਕੰਮ ਆਉਣਾ। ਸਾਡੇ ਕੋਲ ਗਿਆਨ ਬਹੁਤ ਹੈ, ਦਿਮਾਗ ਬੜਾ ਤੇਜ਼ ਹੈ, ਸਾਡੇ ਕੋਲ ਆਪਣਾ ਗਿਆਨ ਬਹੁਤ ਹੈ, ਸਾਡੇ ਕੋਲ ਸਾਡੀ ਬੁੱਧ ਬੜੀ ਕੰਮ ਕਰਦੀ, ਅਕਲ ਬੜੀ ਕੰਮ ਕਰਦੀ ਹੈ, ਅਸੀਂ ਸਿਆਣੇ ਬਹੁਤ ਹਾਂ ਆਪਣੇ ਆਪ ਵਿੱਚ, ਅਸੀਂ ਚਤਰ ਤੇ ਚਲਾਕ ਜਿਹੜੇ ਆ ਉਹ ਬਹੁਤ ਆ। ਸਿਆਣਿਆਂ ਨੇ ਦੇਖੋ ਕੋਈ ਕਸਰ ਛੱਡੀ। ਇੱਕ ਨੇ ਆਖਿਆ ਵੀ ਤੂੰ ਗੁਰਦੁਆਰੇ ਜਾਣਾ, ਕਿਉਂਕਿ ਉਹਨੇ ਦੇਖ ਲਿਆ ਵੀ ਇਹ ਗੁਰਦੁਆਰੇ ਜਾਣ ਵਾਲਾ ਹੈ। ਜਿਹੜਾ ਮੰਦਿਰ ਜਾਣ ਵਾਲਾ ਉਹਨੂੰ ਉਦਾਂ ਦਾ ਦੇ ਦਿੱਤਾ ਗਿਆਨ, ਜਿਹੜਾ ਗੁਰੂ ਘਰ ਜਾਣ ਵਾਲਾ ਸੀ ਉਹਨੂੰ ਉਦਾਂ ਦਾ ਦੇ ਦਿੱਤਾ। ਉਹਨੂੰ ਕਹਿੰਦੇ ਤੂੰ ਗੁਰਦੁਆਰੇ ਜਾਣਾ, ਉਹ ਕਹਿੰਦਾ ਮੈਂ ਜਾਣਾ। ਕਿਸੇ ਸਿਆਣੇ ਕੋਲ ਕੋਈ ਗਿਆ ਵੀ ਮੇਰੇ ਘਰ ਕਲੇਸ਼ ਬੜਾ ਹੈ, ਮੇਰੇ ਘਰ ਦੁੱਖ ਬੜਾ ਹੈ, ਤੇ ਤੁਸੀਂ ਦੱਸੋ ਕੋਈ ਉਪਾਅ। ਉਹ ਕਹਿੰਦੇ ਇਦਾਂ ਕਰੀ, ਸ਼ਨੀਵਾਰ ਨੂੰ ਜਾਈ ਤੇ ਇੱਕ ਫਲ ਫਰੂਟ ਲੈ ਜਾਈ, ਤੇ ਉਹਦੇ ਵਿੱਚ ਇੱਕ ਕਿੱਲ ਜਿਹੜਾ ਪਾ ਕੇ ਨਾ, ਉਹਦੇ ਵਿੱਚ ਕਿੱਲ ਠੋਕ ਕੇ ਤੇ ਜਾ ਕੇ ਗੁਰੂ ਦੀ ਗੋਲਕ ਤੇ ਰੱਖਾਈ, ਤੇਰਾ ਕੰਮ ਬਣ ਜਾਏਗਾ। ਹੱਦ ਹੋ ਗਈ। ਅਸੀਂ ਇਹੋ ਜੀਆਂ ਸਿਆਣਪਾਂ ਲੈ ਕੇ ਵੀ ਆ ਗਏ, ਪਰ ਇਹ ਤਾਂ ਭੁੱਲ ਹੀ ਗਏ ਕਿ ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਉਹ ਜਿਹੜਾ ਸਭ ਤੋਂ ਵੱਡਾ ਸਿਆਣਾ ਸੀ, ਜਿਹਦੇ ਘਰ ਵਿੱਚ ਆ ਕੇ ਅਸੀਂ ਇਹ ਕੰਮ, ਇਹ ਕਰਤੂਤਾਂ ਕਰਦੇ ਆ, ਉਹ ਤੇ ਪਤਾ ਨਹੀਂ ਲੱਗਾ ਕਿੱਡਾ ਸਿਆਣਾ ਹੈ, ਪਰ ਜਿਸ ਬੰਦੇ ਨੇ ਦੇਹਧਾਰੀ ਵਿੱਚ ਇਹ ਗੱਲ ਸਾਡੇ ਖਾਨੇ ਪਾਤੀ, ਉਹ ਬੜਾ ਸਿਆਣਾ ਸਾਨੂੰ ਲੱਗਾ।
ਕਿ ਇਹ ਕੰਮ ਕਰਾਂਗੇ ਤੇ ਗੱਲ ਬਣ ਜਾਏਗੀ। ਪਰ ਮਹਾਰਾਜ ਕਹਿੰਦੇ ਇਹ ਭਰਮ ਤਾਂ ਤੇਰੇ ਅੰਦਰੋਂ ਤੋੜਨੇ ਨੇ। ਇਸ ਭਰਮਗਰ ਨੂੰ ਤੋੜਨ ਲਈ ਤਾਂ ਤੈਨੂੰ ਗੁਰਬਾਣੀ ਦਿੱਤੀ ਹੈ ਤੇ ਤੂੰ ਗੁਰੂ ਦੁਆਰੇ ਆ ਕੇ ਵੀ ਇਹੀ ਕਰਮ ਕਰਦਾ ਪਿਆ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ, ਕਹਿਣ ਲੱਗੇ ਆ ਜਿਹੜੀ ਤੁਹਾਡੀ ਬੁੱਧ ਹੈ ਨਾ, ਇਹ ਸਿਆਣਪ ਜਿਹੜੀ ਇਹਦੇ ਅੰਦਰ ਚਤਰਾਈਆਂ ਚਲਾਕੀਆਂ ਭਰੀਆਂ ਨੇ, ਇਹਨੂੰ ਸਾੜ ਦਿਓ, ਇਹ ਕੰਮ ਨਹੀਂ ਆਉਣੀਆਂ। ਇਹਨੂੰ ਖਤਮ ਕਰ ਦਿਓ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਿਆਣਪ ਕੀ ਸੀ ਸਾਡੇ ਅੰਦਰ? ਸੋਚੈ ਸੋਚ ਨਾ ਹੋਵਈ ਜੇ ਸੋਚੀ, ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ, ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ। ਇਹ ਸਿਆਣਪਾਂ ਹੀ ਸੀ ਨਾ। ਮਹਾਰਾਜ ਕਹਿੰਦੇ ਆ ਸਿਆਣਪਾਂ ਨਹੀਂ ਤੇਰੇ ਕੰਮ ਆਉਣੀਆਂ। ਅਖੀਰਲੇ ਬਚਨ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਭ ਬੁੱਧੀ, ਬਹੁ ਵਚਨ ਦੇ ਰੂਪ ਵਿੱਚ ਪੜ੍ਹਨਾ ਹੈ। ਕਹਿਣ ਲੱਗੇ ਆ ਜਿਹੜੀ ਤੇਰੀ ਬੁੱਧੀ ਵਿੱਚ, ਤੇਰੀ ਅਕਲ ਮਤ ਵਿੱਚ ਜਿਹੜੀ ਸਿਆਣਪ ਭਰੀ ਪਈ ਆ ਨਾ, ਜਾਲੀ ਹੈ, ਇਹਨੂੰ ਜਾਲ ਦੇ, ਸਾੜ ਦੇ, ਖਤਮ ਕਰ ਦੇ। ਆਪਣੇ ਅਕਲ ਵਾਲਾ ਭਾਂਡਾ ਖਾਲੀ ਕਰਕੇ ਆ ਗੁਰੂ ਦੇ ਦਰ ਤੇ। ਆਪਣੀ ਮਤ ਵਾਲਾ ਭਾਂਡਾ ਖਾਲੀ ਲੈ ਕੇ ਗੁਰੂ ਦਰ ਤੇ ਆ, ਕਿਉਂਕਿ ਭਾਂਡਾ ਅੰਦਰੋਂ ਤੂੰ ਧੋ ਕੇ ਸਵਾਰੇਂਗਾ ਤਾਂ ਜਾ ਕੇ ਗੁਰੂ ਦੀ ਬਖਸ਼ਿਸ਼ ਪੈਣੀ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕਉ ਜਾਵੋ। ਇਸ ਲਈ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਬੁੱਧ ਅਕਲ ਸਿਆਣਪਾਂ ਜਾਲ ਦੇ, ਇੱਕ ਰਹਿ ਤਤ ਗਿਆਨ। ਇੱਕ ਤੇਰੇ ਅੰਦਰ ਸਿਰਫ ਤਤ ਗਿਆਨ ਰਹਿਣਾ ਚਾਹੀਦਾ ਹੈ। ਇਹ ਜਿਹੜੇ ਵੱਖਰੇ ਵੱਖਰੇ ਜੋਤਸ਼ੀਆਂ ਵਾਲੇ ਹੋਰ ਬਥੇਰੇ ਗਿਆਨ ਆਪਾਂ ਮੜੀਆਂ ਮਸਾਣਾ ਵਾਲੇ ਇਹ ਜਿਹੜੇ ਅਸੀਂ ਬਣਾ ਕੇ ਅੰਦਰ ਦਿਮਾਗ ਦੇ ਭਾਂਡੇ 'ਚ ਰੱਖੇ ਨੇ ਨਾ, ਇਹ ਸਾਰੇ ਗਿਆਨ ਕੱਢ ਕੇ ਇੱਕ ਤਤ ਗਿਆਨ ਆਪਣੇ ਅੰਦਰ ਇਸ ਭਾਂਡੇ ਦਿਮਾਗ ਰੂਪੀ ਭਾਂਡੇ ਵਿੱਚ ਪਾ ਲਈਏ, ਕਿਉਂਕਿ ਤਤ ਗਿਆਨ ਨੇ ਸਾਡਾ ਬੇੜਾ ਪਾਰ ਲੰਘਾਉਣਾ ਹੈ। ਤਤ ਗਿਆਨ ਨੇ ਸਾਡਾ ਜਨਮ ਲੇਖੇ ਲਾਉਣਾ ਹੈ। ਤਤ ਗਿਆਨ, ਤਤ ਕੀ ਹੈ? ਪਰਮੇਸ਼ਵਰ, ਮੂਲ ਪਰਮੇਸ਼ਵਰ। ਉਸ ਮੂਲ ਪਰਮੇਸ਼ਵਰ ਦਾ ਜਿਹੜਾ ਤਤ ਗਿਆਨ ਹੈ ਨਾ, ਉਹਨੂੰ ਪ੍ਰਾਪਤ ਕਰੋਗੇ ਤਾਂ ਇਹ ਜੀਵਨ ਵਿੱਚ ਸੁੱਖ ਦੀ ਪ੍ਰਾਪਤੀ, ਖੁਸ਼ੀਆਂ ਦੀ ਪ੍ਰਾਪਤੀ ਹੋਏਗੀ ਔਰ ਦੁੱਖ ਰੋਗ ਕਲਾ ਕਲੇਸ਼ ਸਾਡੀ ਜ਼ਿੰਦਗੀ ਵਿੱਚੋਂ, ਆਵਾਗਮਨ ਵੀ ਸਾਡੀ ਜ਼ਿੰਦਗੀ ਚੋਂ ਮੁੱਕ ਜਾਏਗਾ। ਇਸ ਲਈ ਆਪਣੀ ਆਪਣੀ ਸਿਆਣਪਾਂ ਛੱਡ ਕੇ ਗੁਰੂ ਦਰ ਤੇ ਆਈਏ ਤੇ ਆ ਕੇ ਕਹੀਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਤੇ ਜਿਹਦੇ ਵਿੱਚੋਂ ਤਤ ਗਿਆਨ ਸਾਨੂੰ ਮਿਲਣਾ ਨਾ, ਉਸ ਗਿਆਨ ਦਾ ਜਾਗ ਸਾਡੇ ਅੰਦਰ ਲਾ ਦਿਓ। ਉਹ ਜਿਹੜਾ ਗਿਆਨ ਨਾਮ ਦੇ ਰਾਹੀਂ, ਗੁਰਬਾਣੀ ਰਾਹੀਂ ਮਿਲਣਾ ਹੈ, ਉਹ ਸਾਡੀ ਝੋਲੀ ਵਿੱਚ ਇਹ ਦਾਤ ਪਾ ਦਿਓ। ਸਾਡਾ ਗੁਰੂ ਘਰ ਆਉਣ ਦਾ ਮਕਸਦ ਹੀ ਇਹ ਹੈ ਕਿ ਅਸੀਂ ਇੱਥੇ ਉਹ ਗਿਆਨ ਲਈਏ ਜਿਹਦੇ ਨਾਲ ਸਾਨੂੰ ਤਤ ਪਰਮੇਸ਼ਵਰ ਦੀ ਸੋਝੀ ਹੋ ਜਾਏ, ਸੰਸਾਰ ਤੇ ਨਿਰੰਕਾਰ ਦਾ ਗਿਆਨ ਹੋ ਜਾਏ। ਉਹ ਹੋਏਗਾ ਸੱਚੇ ਨਾਮ ਚੋਂ, ਤੇ ਨਾਮ ਦੀ ਦਾਤ ਮੰਗਣੀ ਸਾਡੇ ਲਈ ਜ਼ਰੂਰੀ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਅਸੀਂ ਸਾਰੇ ਹੀ ਕਰਮ ਕਾਂਡ ਵਹਿਮ ਭਰਮ ਛੱਡ ਕੇ ਗੁਰੂ ਦੁਆਰੇ ਆ ਕੇ ਰੱਬੀ ਬਾਣੀ ਨਾਲ ਜੁੜੀਏ, ਸੱਚੀ ਬਾਣੀ ਦਾ ਅਭਿਆਸ ਕਰੀਏ, ਸੱਚੇ ਨਾਮ ਦੀ ਕਮਾਈ ਕਰੀਏ, ਤਾਂ ਸਾਡੇ ਜੀਵਨ ਦੇ ਵਿੱਚ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ। ਆਪੇ ਮੇਲੇ ਵਾਲੀ ਅਵਸਥਾ ਬਣ ਸਕੇਗੀ। ਜੀਵਨ ਦੇ ਦੁੱਖ ਰੋਗ ਕਲ ਕਲੇਸ਼ ਸਭ ਮਿਟ ਜਾਣਗੇ।
ਇੱਕ ਨਾਮ ਦੇ ਅਭਿਆਸੀ ਬਣਨ ਦੀ ਲੋੜ ਹੈ। ਮੁਬਾਰਕ ਹੈ ਜਿੰਨੇ ਵੀ ਤੁਸੀਂ ਗੁਰੂ ਦਰ ਆ ਕੇ ਸੱਚੀ ਬਾਣੀ ਦੇ ਨਾਲ ਜੁੜਦੇ ਹੋ, ਭਾਵੇਂ ਗੁਰੂ ਘਰ 'ਚ ਬੈਠ ਕੇ ਤੇ ਭਾਵੇਂ ਮੀਡੀਆ ਰਾਹੀਂ ਆਪਣੇ ਘਰ 'ਚ ਬੈਠ ਕੇ ਨਾਮ ਦਾ ਅਭਿਆਸ ਕਰਦੇ ਹੋ। ਮੁਬਾਰਕ ਹੈ, ਸਤਿਗੁਰੂ ਚੜ੍ਹਦੀ ਕਲਾ ਵਾਲਾ ਜੀਵਨ ਆਪ ਜੀ ਨੂੰ ਬਖਸ਼ਣ, ਤੇ ਜਿਹੜੇ ਗੁੰਮਰਾਹ ਹੋਏ ਭਟਕੇ ਹੋਏ ਨੇ ਉਹਨਾਂ ਨੂੰ ਵੀ ਕਿਤੇ ਆ ਗੁਰਮਤ ਵਾਲਾ ਰਾਹ ਦਿਸੇ ਤੇ ਨਾਮ ਦੇ ਅਭਿਆਸੀ ਬਣ ਕੇ ਜੀਵਨ ਸਫਲਾ ਬਣਾ ਸਕਣ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮੇਰ ਦਾ ਹੱਥ ਰੱਖਣ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਸ਼ਲੋਕ ਰੂਪ ਵਿੱਚ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਪਾਹੇ ਇਤੇ ਜਾਹੇ ਵਿਸਰ, ਨਾਨਕਾ ਇਕ ਨਾਮ, ਸਭ ਬੁੱਧੀ ਜਾਲੀ ਹੈ, ਇਕ ਰਹਿ ਤਤ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।